ਸਤਿ ਸਾਹਿਬ स्टूडेंट ਅੱਜ ਆਪਾਂ ਅਗਲਾ ਟੌਪਿਕ ਕਰਨਾ ਹੈਗਾ ਗਰੋਥ ਐਂਡ ਡਿਵਰਸਿਫਿਕੇਸ਼ਨ ਆਫ ਸਟ੍ਰੈਟਜੀਜ਼। ਠੀਕ ਹੈ ਨਾ, ਕਿ ਮਤਲਬ ਕਿਹਾ ਜੀ ਕਿ ਜਿਹੜੀਆਂ ਮਤਲਬ ਆਪਾਂ ਬਿਜ਼ਨਸ ਦੇ ਵਿੱਚ ਠੀਕ ਹੈ ਨਾ ਗਰੋਥ ਕਰਨੀ ਆ, ਬਿਜ਼ਨਸ ਨੂੰ ਵਧਾਉਣਾ ਆ। ਠੀਕ ਹੈ ਨਾ, ਜਦੋਂ ਵੀ ਵਿਭਿੰਨਤਾ ਲਿਆਣੀ ਆ, ਕੁਛ ਅਲੱਗ ਲਿਆਉਣਾ ਹੈ, ਨਵੀਂ ਮਤਲਬ ਪ੍ਰੋਡਕਟ ਲਾਂਚ ਕਰਨਾ ਆ ਜਾਂ ਨਵੀਂ ਮਾਰਕੀਟ ਲੱਭਣੀ ਆ, ਉਹ ਕਿੱਦਾਂ ਕਰਨੀ ਆ, ਉਹਦੀ ਸਟ੍ਰੈਟਜੀ ਕੀ ਹੋਣੀ, ਉਹਦੀਆਂ ਨੀਤੀਆਂ ਕੀ ਹੋਣੀਆਂ। ਠੀਕ ਹੈ ਨਾ, ਇਹ ਤੋਂ ਪਹਿਲਾਂ ਬੇਟਾ ਚੈਪਟਰ ਸੀਗਾ ਜਿਹੜਾ ਮਾਰਕੀਟਿੰਗ ਮੈਨੇਜਮੈਂਟ, ਤੁਹਾਨੂੰ ਮੈਂ ਕਿਹਾ ਤੁਸੀਂ ਆਪੇ ਕਰਨਾ ਵਾ। ਲਗਭਗ ਤੁਸੀਂ +2 ਤੋਂ ਪੜ੍ਹਦੇ ਪਏ ਆ ਮਾਰਕੀਟਿੰਗ ਮੈਨੇਜਮੈਂਟ ਕੀ ਹੁੰਦੀ ਆ। ਠੀਕ ਹੈ ਨਾ, ਉਹ ਆਪੇ ਦੇਖ ਲਿਓ ਮਾਰਕੀਟਿੰਗ ਕਰਨੇ ਦੇ ਮਤਲਬ ਕਿਹੜੇ ਕਿਹੜੇ ਪੈਟਰਨ ਹੈਗੇ ਉਹ ਸਾਰੇ ਤੁਸੀਂ ਯੂਜ਼ ਕਰ ਲੈਣੇ। ਠੀਕ ਹੈ ਨਾ, ਇਹਦੇ ਵਿੱਚ ਬੇਟਾ ਆਪਾਂ ਕਰਨਾ ਹੈਗਾ ਗਰੋਥ ਐਂਡ ਡਿਵਰਸਿਫਿਕੇਸ਼ਨ ਸਟੱਡੀ। ਮਤਲਬ ਕਿ ਜੀ ਗਰੋਥ ਦੇ ਵਿੱਚ ਹੁੰਦਾ ਹੈ ਕਿ ਮਤਲਬ ਬਿਜ਼ਨਸ ਨੂੰ ਅਸੀਂ ਵਧਾਉਣਾ ਕਿੱਦਾਂ ਆ। ਠੀਕ ਹੈ ਨਾ, ਕਿ ਜੇ ਸਾਡੇ ਕੋਲ ਇੱਕ ਫੈਕਟਰੀ ਆ ਉਹਦੀਆਂ 2 ਫੈਕਟਰੀਆਂ ਕਿੱਦਾਂ ਬਣਾਉਣੀਆਂ। ਠੀਕ ਹੈ ਨਾ, ਫਿਰ ਗਰੋਥ ਦਾ ਮਤਲਬ ਕਹਿ ਜੀ ਆਪਣੇ ਫੰਡ ਵਧਾਉਣੇ, ਆਪਣੇ ਐਸਟ ਵਧਾਉਣੇ। ਠੀਕ ਹੈ ਨਾ, ਆਪਣੀ ਪਾਵਰ ਵਧਾਉਣੀ ਆ, ਆਪਣੀ ਕਹਿ ਜੀ ਮਸ਼ੀਨਰੀ ਵਧਾਉਣੀ ਆ, ਉਹਨੂੰ ਆਪਾਂ ਕੀ ਕਹਿ ਦਿੰਦੇ ਆ ਜੀ ਗਰੋਥ ਕਹਿ ਦਿੰਦੇ ਆ। ਠੀਕ ਹੈ ਨਾ, ਹੁਣ ਬੇਟਾ ਆਪਾਂ ਕੱਲਾ ਗਰੋਥ ਦਾ ਤੇ ਡਿਵਰਸਿਫਿਕੇਸ਼ਨ ਬਾਰੇ ਪੜਾਂਗੇ ਆਪਾਂ ਕੀ ਹੁੰਦਾ ਆ। ਹੁਣ ਜਦੋਂ ਪਹਿਲੇ ਨੰਬਰ ਤੇ ਹੈ ਕਿ ਸਾਡੇ ਕੋਲ ਗਰੋਥ। ਠੀਕ ਹੈ ਨਾ, ਗਰੋਥ ਤੋਂ ਮਤਲਬ ਹੈਗਾ ਆ ਬੇਟਾ ਕਿ ਅਸੀਂ ਆਪਣੇ ਬਿਜ਼ਨਸ ਨੂੰ ਵਧਾਉਣਾ। ਠੀਕ ਹੈ ਨਾ, ਗਰੋਥ ਤੋਂ ਮਤਲਬ ਹੁੰਦਾ ਹੈਗਾ ਆ ਕਿ ਅਸੀਂ ਆਪਣੇ ਬਿਜ਼ਨਸ ਤੋਂ ਵਧਾਉਣਾ। ਜਿੱਦਾਂ ਆਮ ਇੱਕ ਵਿਅਕਤੀ ਹੈ ਨਾ, ਆਮ ਇਨਸਾਨ ਆ, ਉਹਦੀ ਵੀ ਗਰੋਥ ਹੁੰਦੀ ਆ। ਠੀਕ ਹੈ ਨਾ, ਪਹਿਲਾਂ ਕਿਹਾ ਜੀ ਸ਼ਿਸ਼ੂ ਹੁੰਦਾ ਆ, ਫਿਰ ਉਹਦੇ ਵਿੱਚ ਕੀ ਆਉਂਦਾ ਜੀ ਬਚਪਨ ਆਉਂਦਾ ਆ। ਠੀਕ ਹੈ ਨਾ, ਫਿਰ ਉਹ ਮਤਲਬ ਕਿਹਾ ਜੀ ਅਡਲਟ ਹੁੰਦਾ ਆ। ਠੀਕ ਹੈ ਨਾ, ਫਿਰ ਉਹਦੇ ਵਿੱਚ ਉਸ ਤੋਂ ਬਾਅਦ ਅੱਗੇ ਉਹਦੀ ਏਜ ਵੱਧਦੀ ਹੈ। ਇੱਦਾਂ ਮਤਲਬ ਅਲੱਗ-ਅਲੱਗ ਪ੍ਰੋਸੀਜਰਾਂ ਦੇ ਨਾ, ਇੱਦਾਂ ਹੀ ਸਾਡੇ ਬਿਜ਼ਨਸ ਦੇ ਵਿੱਚ ਵੀ, ਸਾਡਾ ਬਿਜ਼ਨਸ ਵੀ ਕਿਹਾ ਜੀ ਉਹਦੇ ਵਿੱਚ ਵੀ ਗਰੋਥ ਆਉਂਦੀ ਆ। ਠੀਕ ਨਾ, ਜਿੱਦਾਂ ਮਤਲਬ ਬਿਜ਼ਨਸ ਦੇ ਗਰੋਥ ਤੋਂ ਮਤਲਬ ਕਿਹਾ ਜੀ ਕਿ ਸਾਡਾ ਕਿਆ ਹੋ ਜਾਣਾ ਜੀ, ਪ੍ਰੋਡਕਸ਼ਨ ਦਾ ਵੋਲੀਅਮ ਵੱਧ ਜਾਣਾ, ਸਾਡੀ ਟਰਨਓਵਰ ਇਨਕਰੀਜ਼ ਹੋ ਜਾਣੀ ਆ। ਠੀਕ ਨਾ, ਐਸਡ ਇਨਕਰੀਜ਼ ਹੋ ਜਾਣੇ ਆ। ਸਾਡੀ ਜਿਹੜੀ ਵੋਲੀਅਮ ਆਊਟਪੁੱਟ ਆ, ਜਿੱਥੇ ਆਪਾਂ 10 ਚੀਜ਼ਾਂ ਬਣਾਉਂਦੇ ਸੀ ਉੱਥੇ ਕਿੰਨੀਆਂ ਬਣਾਉਣ ਲੱਪਣੀਆਂ ਜੀ 15 ਚੀਜ਼ਾਂ ਬਣਾਉਣ ਲੱਪਣਾ। ਠੀਕ ਨਾ, ਯਾਨੀ ਕਿ ਜਿਹੜੀ ਸਾਡੀ ਪਹਿਲਾਂ ਨਾਲੋਂ ਕਪੈਸਿਟੀ ਕਿਹਾ ਜੀ ਜ਼ਿਆਦਾ ਹੋ ਜਾਣੀ, ਗਰੋਥ ਦੇ ਵਿੱਚ ਆ ਜਾਂਦਾ। ਠੀਕ ਨਾ, ਉਸ ਤੋਂ ਬਾਅਦ ਬੇਟਾ ਅੱਗੇ ਆਦਾ ਹੈਗਾ ਸਾਡੇ ਕੋਲ ਜੀ ਡਿਵਰਸਿਫਿਕੇਸ਼ਨ। ਠੀਕ ਨਾ, ਮਤਲਬ ਡਿਵਰਸਿਫਿਕੇਸ਼ਨ ਦਾ ਮਤਲਬ ਹੁੰਦਾ ਹੈਗਾ ਬੇਟਾ ਕਿ ਮਤਲਬ ਇੱਕ ਤਰ੍ਹਾਂ ਦੀ ਆਪਾਂ ਕਹਿ ਸਕਦੇ ਵਿਭਿੰਨਤਾ ਵੀ ਕਹਿ ਸਕਦੇ ਆ, ਕਿ ਮਤਲਬ ਕਹਿ ਰਹੀ ਕਿ ਜਿਹੜਾ ਆਪਾਂ ਕੰਮ ਕਰਦੇ ਪਏ ਆ, ਜਿਸ ਫੀਲਡ ਦੇ ਵਿੱਚ ਕਰਦੇ ਪਏ ਆ, ਉਹਦੇ ਵਿੱਚ ਅਸੀਂ ਕੋਈ ਨਵਾਂ ਹੋਰ ਬਿਲਕੁਲ ਉਹਦੇ ਨਾਲ ਦਾ ਹੀ ਪ੍ਰੋਡਕਟ ਲਾਂਚ ਕਰ ਦੇਣਾ, ਜਾਂ ਫਿਰ ਕਹਿ ਜੀ ਨਵੀਂ ਮਾਰਕੀਟ ਲੱਭ ਕੇ ਉਸ ਜਗ੍ਹਾ ਤੇ ਆਪਾਂ ਕਹਿ ਜੀ ਆਪਣਾ ਪ੍ਰੋਡਕਟ ਵੇਚਣਾ, ਉਹਨੂੰ ਆਪਾਂ ਕਹਿ ਦਿੰਦੇ ਆ ਡਿਵਰਸਿਫਿਕੇਸ਼ਨ। ਠੀਕ ਹੈ ਨਾ, ਕਿ ਮਤਲਬ ਪਤਾ ਲੱਗ ਗਿਆ ਨਾ ਬੇਟਾ, ਕਿ ਮਤਲਬ ਕਿ ਡਿਵਰਸਿਫਿਕੇਸ਼ਨ ਰੈਫਰ ਟੂ ਦੀ corporate strategy to enter into new market or industry in which entrepreneur does not currently operate or to manufacture a new product। ਠੀਕ ਹੈ ਨਾ, ਕਿ ਮਤਲਬ ਕਿਹਾ ਜੀ ਕਿ ਨਵੀਂ ਮਾਰਕੀਟ ਦੇ ਵਿੱਚ, ਠੀਕ ਹੈ ਨਾ, ਜਾਂ ਫਿਰ ਕਿਹਾ ਜੀ ਨਵਾਂ ਪ੍ਰੋਡਕਟ ਲਾਂਚ ਕਰਨਾ, ਜਾਂ ਫਿਰ ਨਵੀਂ ਇੰਡਸਟਰੀ ਦੇ ਵਿੱਚ ਜਿੱਥੇ ਮਤਲਬ ਉਹ ਕਰੰਟਲੀ ਆਪਰੇਟ ਨਹੀਂ ਕਰ ਰਿਹਾ। ਠੀਕ ਹੈ ਨਾ, ਗਰੋਥ ਦੇ ਵਿੱਚ ਸੀਗਾ ਕਿ ਜਿਹੜਾ ਅਸੀਂ ਕੰਮ ਕਰਦੇ ਪਏ ਆ, ਜਿਸ ਮਾਰਕੀਟ ਦੇ ਵਿੱਚ ਹੈਗੇ ਆ, ਬਸ ਉਹਦੀ ਕੀ ਵਧਾ ਦੇਣੀ ਆਪਾਂ ਜੀ, ਗਿਣਤੀ ਵਧਾ ਦੇਣੀ। ਉਹਦੀ ਕੀ ਬਣਾ ਦੇਣੀ ਹੈ ਜੀ ਆਪਾਂ, ਗਿਣਤੀ, ਜਾਂ ਫਿਰ ਉਹਦੀ ਸਮਰੱਥਾ ਵਧਾ ਦੇਣੀ ਹੈ। ਠੀਕ ਹੈ ਨਾ, ਅੱਗੇ ਬੇਟਾ ਹੈਗਾ ਜੀ ਗਰੋਥ ਦੀਆਂ ਸਟ੍ਰੈਟਜੀ ਕਿਹੜੀਆਂ। ਠੀਕ ਹੈ ਨਾ, ਪਹਿਲੇ ਨੰਬਰ ਤੇ ਹੈਗਾ ਬੇਟਾ ਸਾਡੇ ਕੋਲ ਮਾਰਕੀਟ ਪੈਨਟ੍ਰੇਸ਼ਨ। ਠੀਕ ਹੈ ਨਾ, ਇਹਦੇ ਵਿੱਚ ਕੀ ਹੁੰਦਾ ਆ ਕਿ ਬੇਟਾ ਕਿ ਜਿੱਥੇ ਆਪਾਂ ਪਹਿਲਾਂ ਤੋਂ ਹੀ ਚੀਜ਼ ਵੇਚਦੇ ਪਏ ਆ, ਤਾਂ ਅਸੀਂ ਜ਼ਿਆਦਾ ਜ਼ੋਰ ਕਿੱਥੇ ਦਿੰਦੇ ਆ ਕਿ ਜਿਹੜੀ ਹੈ ਨਾ ਸਾਡੀ ਸੇਲ ਦੀ ਮਤਲਬ ਅਮਾਊਂਟ ਆ, ਵੋਲੀਅਮ ਆ, ਉਹਨੂੰ ਹੀ ਵਧਾਉਣ ਦੇ ਵਿੱਚ ਜਾਂਦੇ ਆ ਕਿ ਜਿਹੜੀਆਂ ਸਾਡੀਆਂ ਪਹਿਲਾਂ ਤੋਂ ਐਗਜ਼ਿਸਟ ਗੁੱਡਸ ਕਰਦੀਆਂ ਪਈਆਂ ਆ। ਠੀਕ ਨਾ, ਕਿ ਜਿਹੜਾ ਸਾਡਾ ਟੋਟਲ ਮਾਰਕੀਟ ਦੇ ਵਿੱਚ ਸ਼ੇਅਰ ਵਾ ਨਾ, ਉਹਨੂੰ ਅਸੀਂ ਕੀ ਕਰਦੇ ਆ ਜੀ ਵਧਾਉਣ ਦੀ ਕੋਸ਼ਿਸ਼ ਕਰਦੇ ਆ ਇਸ ਸਟ੍ਰੈਟਜੀ ਵਿੱਚ। ਠੀਕ ਨਾ, ਉਹ ਤੋਂ ਬਾਅਦ ਅਗਲਾ ਹੈਗਾ ਜੀ ਮਾਰਕੀਟ ਡਿਵੈਲਪਮੈਂਟ। ਮਾਰਕੀਟ ਡਿਵੈਲਪਮੈਂਟ ਦੇ ਵਿੱਚ ਕੀ ਕਰਦੇ ਆ ਬੇਟਾ ਕਿ ਜਿਹੜੇ ਸਾਡੇ ਕੋਲ, ਜਿੱਦਾਂ ਉਹਦੇ ਪਹਿਲੇ ਵਿੱਚ ਪਤਾ ਕੀ ਸੀਗਾ ਕਿ ਜਿੱਦਾਂ ਇੱਕ ਬੰਦਾ ਮਤਲਬ 2 ਚੀਜ਼ਾਂ ਖਰੀਦਦਾ ਪਿਆ ਨਾ, ਅਸੀਂ ਕੋਸ਼ਿਸ਼ ਕਰਨੀ ਹੈ 2 ਦੀਆਂ ਜਗ੍ਹਾ ਉਹਨੂੰ 3 ਚੀਜ਼ਾਂ ਵੇਚ ਦਈਏ। ਲੇਕਿਨ ਮਾਰਕੀਟ ਡਿਵੈਲਪਮੈਂਟ ਦੇ ਵਿੱਚ ਕੀ ਆਉਂਦਾ, ਮਾਰਕੀਟ ਡਿਵੈਲਪਮੈਂਟ ਦੇ ਵਿੱਚ ਆਉਂਦਾ ਕਿ ਅਸੀਂ ਆਪਣੇ ਬਿਜ਼ਨਸ ਦੀ ਗਰੋਥ ਕਰਨੀ ਆ। ਕਿਸ ਤਰ੍ਹਾਂ ਕਰੇ ਜੀ, ਕਿ ਜਿਹੜੇ ਕਸਟਮਰ ਸਾਡੇ ਪ੍ਰੋਡਕਟ ਨੂੰ ਨਹੀਂ ਖਰੀਦਦੇ ਪਏ, ਜਿੱਦਾਂ ਪਹਿਲਾਂ ਜਿਹੜੇ ਖਰੀਦਦੇ ਆ ਉਹਨਾਂ ਨੂੰ ਤਾਂ ਖਰੀਦਦੇ ਰਹਿਣ, ਉਹ ਜਿੱਥੇ 1 ਚੀਜ਼ਾਂ ਖਰੀਦਦੇ ਸੀ 2 ਚੀਜ਼ਾਂ ਖਰੀਦਣ, ਪਰ ਜਿਹੜੇ ਸਾਡੇ ਹੈ ਨਾ ਕਸਟਮਰ ਨਹੀਂ ਹੈਗੇ, ਸਾਡਾ ਪ੍ਰੋਡਕਟ ਨਹੀਂ ਖਰੀਦਦੇ, ਉਹਨਾਂ ਨੂੰ ਵੀ ਅਸੀਂ ਕਿਹਾ ਜੀ ਪ੍ਰੋਡਕਟ ਵੇਚਣਾ ਹੈ, ਯਾਨੀ ਕਿ ਨਵੇਂ ਕਸਟਮਰ ਬਣਾਉਣੇ ਆ। ਇਹਦੇ ਵਿੱਚ ਹੁੰਦਾ ਸੀ ਕਿ ਕਸਟਮਰ ਸਾਡੇ ਪੁਰਾਣੇ ਰਹਿਣ, ਪਰ ਉਹਨਾਂ ਦੀ ਜਿਹੜੀ ਸੇਲ ਦੀ, ਉਹਨਾਂ ਨੇ ਜਿਹੜੀ ਚੀਜ਼ ਵੇਚਣੀ ਆ ਉਹ ਕੀ ਹੋਵੇ ਜੀ ਜ਼ਿਆਦਾ ਹੋਵੇ। ਉਹ ਤੋਂ ਅੱਗੇ ਹੈਗਾ ਬੇਟਾ ਸਾਡੇ ਕੋਲ ਜੀ ਨਿਊ ਪ੍ਰੋਡਕਟ ਡਿਵੈਲਪਮੈਂਟ। ਨਿਊ ਪ੍ਰੋਡਕਟ ਡਿਵੈਲਪਮੈਂਟ ਦੇ ਵਿੱਚ ਹੁੰਦਾ ਹੈ ਕਿ ਬੇਟਾ ਜਿਹੜਾ ਸਾਡਾ ਨਾ ਓਲਡ ਪ੍ਰੋਡਕਟ ਆਪਾਂ ਵੇਚਦੇ ਪਏ ਕਸਟਮਰ ਨੂੰ, ਤਾਂ ਕਸਟਮਰ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਉਹਦੇ ਮੁਤਾਬਕ ਆਪਣੇ ਪ੍ਰੋਡਕਟ ਦੇ ਵਿੱਚ ਕਿਹਾ ਜੀ ਕਸਟਮਰ ਦੀਆਂ ਜ਼ਰੂਰਤਾਂ ਦੇ ਮੁਤਾਬਕ ਚੇਂਜ ਕਰਕੇ ਉਹਨਾਂ ਨੂੰ ਕਿਹਾ ਜੀ ਨਵਾਂ ਪ੍ਰੋਡਕਟ ਦੇਣਾ। ਠੀਕ ਹੈ ਨਾ, ਅੱਗੇ ਡਿਵਰਸਿਫਿਕੇਸ਼ਨ ਦੇ ਵਿੱਚ ਤਾਂ ਬੇਟਾ ਸਿੰਪਲ ਆ ਜਾਂਦਾ ਆ ਕਿ ਅਸੀਂ ਕੀ ਕਰਦੇ ਹੈਗੇ ਆ,
ਕੋਈ ਨਵੀਂ ਮਤਲਬ ਕਿਹਾ ਜੀ ਜਿਹਦਾ ਪਹਿਲੇ ਵਿੱਚ ਸੀਗਾ ਕਿ ਪ੍ਰੋਡਕਟ ਦੀ ਅਸੀਂ ਉਹਦੀ ਜ਼ਰੂਰਤਾਂ ਹੁੰਦਾ, ਲੇਕਿਨ ਉਹਦੇ ਕਹਿ ਵੀ ਆਪਾਂ ਨਵੀਂ ਕੋਈ ਟੈਕਨੋਲੋਜੀ ਨਹੀਂ ਚੇਂਜ ਕਰਦੇ ਸੀਗੇ। ਲੇਕਿਨ ਡਿਵਰਸਿਫਿਕੇਸ਼ਨ ਦੇ ਵਿੱਚ ਲਗਭਗ ਆਪਾਂ ਪੂਰੀ ਭਿੰਨਤਾ ਲਾ ਦੇਣੀ ਕਿਹਾ ਜੀ ਕਿ ਆਪਾਂ ਕਿਹਾ ਜੀ ਨਵੀਂ ਕੋਈ ਟੈਕਨੋਲੋਜੀ ਯੂਜ਼ ਕਰ ਲੈਣੀ ਆ, ਠੀਕ ਨਾ, ਕਿ ਜਿਹੜੇ ਮਤਲਬ ਕਿਹਾ ਜੀ ਉਸ ਪ੍ਰੋਡਕਟ ਨੂੰ ਹੋਰ ਜ਼ਿਆਦਾ ਇੰਪਰੂਵ ਕਰ ਸਕੇ। ਜਿਹੜੀ ਪਹਿਲੀ ਟੈਕਨੋਲੋਜੀ ਸੀਗੀ ਉਹਨੂੰ ਛੱਡ ਦੇਣਾ। ਜਿੱਦਾਂ ਮਤਲਬ ਬੇਟਾ ਐਪਲ ਵਾਲੇ ਆ, ਉਹਨੇ ਕੀ ਕੀਤਾ ਸੀਗਾ, ਪਹਿਲਾਂ ਸਿੰਪਲ ਫੋਨ ਆਉਂਦੇ ਸੀਗੇ, 2G ਆਉਂਦੇ ਸੀਗੇ, ਠੀਕ ਹੈ, 3G ਆਉਂਦੇ ਸੀਗੇ, ਲੇਕਿਨ ਹੁਣ ਕਿਹਾ ਜੀ ਉਹਨੇ ਨਵੀਂ ਟੈਕਨੋਲੋਜੀ 5G ਸ਼ੁਰੂ ਕਰ ਦਿੱਤੀ ਐਪਲ ਦੇ ਫੋਨਾਂ 'ਚ। ਉਹ ਮਤਲਬ ਕਿਹਾ ਜੀ ਉਹ ਡਿਵਰਸਿਫਿਕੇਸ਼ਨ ਆ, ਮਤਲਬ ਇੱਕੋ ਹੀ ਚੀਜ਼ ਨੂੰ ਨਵੀਂ ਟੈਕਨੋਲੋਜੀ ਜਾਂ ਨਵੀਂ ਕੋਈ ਫੀਚਰ ਉਹਦੇ ਵਿੱਚ ਕਿਹਾ ਜੀ ਵਰਤਦੇ ਆ, ਠੀਕ ਨਾ। ਅੱਗੇ ਬੇਟਾ ਹੈਗਾ ਕਾਜ਼ਸ ਆਫ ਕਿਹਾ ਜੀ ਗਰੋਥ ਐਂਡ ਡਿਵਰਸਿਫਿਕੇਸ਼ਨ, ਮਤਲਬ ਸਾਡੀ ਜ਼ਰੂਰਤ ਕੀ ਹੈ ਇਹਨਾਂ ਦੀ, ਠੀਕ ਨਾ। ਪਹਿਲੇ ਨੰਬਰ ਤੇ ਐਲੀਮੀਨੇਸ਼ਨ ਦੀ ਕੰਪੀਟੀਸ਼ਨ ਐਂਡ ਪ੍ਰਾਈਸ ਵਾਰ, ਉਹੀ ਆ ਬੇਟਾ ਕਿ ਜਿਹੜੀ ਮਤਲਬ ਕਿਹਾ ਜੀ ਮਾਰਕੀਟ ਦੇ ਵਿੱਚ ਕੰਪੀਟੀਸ਼ਨ ਚੱਲਦਾ, ਆਪਣੇ ਕੰਪੀਟੀਟਰ ਜਿਹੜਾ ਸਾਡਾ ਹੁੰਦਾ ਆ ਉਸ ਬੰਦੇ ਨੂੰ ਕੀ ਕਰਨਾ ਜੀ, ਆਪਾਂ ਉਹਦਾ ਮੁਕਾਬਲਾ ਕਰਨ ਦੇ ਲਈ, ਠੀਕ ਨਾ। ਕਿ ਮੰਨ ਲਓ ਜੇ ਆਪਾਂ ਮਾਰਕੀਟ ਦੇ ਵਿੱਚ ਜਿੰਦਾ ਰਹਿਣਾ ਹੈ ਤਾਂ ਸਾਨੂੰ ਕੀ ਕਰਨਾ ਪੈਣਾ ਜੀ, ਉਹਦਾ ਮੁਕਾਬਲਾ ਕਰਨਾ ਪੈਣਾ ਕਿ ਉਹਦੇ ਮਤਲਬ ਕਿ ਜੀ ਉਹਦੇ ਕੰਪੈਰੀਜ਼ਨ ਸਾਡਾ ਪ੍ਰੋਡਕਟ ਵੀ ਉਹਦੀ ਕੰਪੀਟੀਸ਼ਨ ਵਿੱਚ ਪੂਰਾ ਜਿਹੜਾ ਪ੍ਰਾਈਸ ਵਾਰ ਉਹਨੂੰ ਕੀ ਕਰਦਾ ਹੋਵੇ ਜੀ, ਹੱਲ ਕਰਦਾ ਹੋਵੇ, ਸਾਡੇ ਪ੍ਰੋਡਕਟ ਨੂੰ ਜ਼ਿਆਦਾ ਮਾਰਕੀਟ ਬਣਾਉਣੀ। ਅੱਗੇ ਹੈਗਾ ਇਕਨੋਮਿਕ ਆਫ ਲਾਰਜ ਸਕੇਲ ਬਿਜ਼ਨਸ। ਹੁਣ ਬੇਟਾ ਕਈ ਮਤਲਬ ਕਿਹਾ ਜੀ ਇੱਦਾਂ ਦੀਆਂ ਸੇਵਿੰਗ ਹੁੰਦੀਆਂ ਆ ਜਿਹੜੇ ਆਪਾਂ ਲਾਰਜ ਲੈਵਲ ਤੇ ਹੈ ਨਾ ਮੰਨ ਲਓ ਪ੍ਰੋਡਕਸ਼ਨ ਕਰੀਏ ਤਾਂ ਸਾਨੂੰ ਉਹ ਮਿਲਦੀਆਂ ਆ। ਜਿੱਦਾਂ ਬੇਟਾ ਮੰਨ ਲਓ ਫੋਰ ਐਗਜ਼ਾਮਪਲ ਆਪਾਂ ਕਿਤੇ ਰॉ ਮਟੀਰੀਅਲ ਖਰੀਦਦੇ ਆ, ਜੇ ਤਾਂ ਆਪਾਂ ਥੋੜਾ ਖਰੀਦਦੇ ਆ ਤਾਂ ਸਾਨੂੰ ਮਹਿੰਗਾ ਵਿਕਦਾ ਆ, ਮਹਿੰਗਾ ਮਿਲਦਾ ਆ, ਠੀਕ ਨਾ। ਜੇ ਆਪਾਂ ਜ਼ਿਆਦਾ ਮਾਤਰਾ ਵਿੱਚ ਖਰੀਦਦੇ ਆ ਸਾਨੂੰ ਕੀ ਮਿਲਦਾ ਜੀ, ਉਹ ਸਸਤਾ ਮਿਲਦਾ ਆ। ਉਹ ਜ਼ਿਆਦਾ ਮਾਤਰਾ ਵਿੱਚ ਤਾਂ ਤਦੇ ਖਰੀਦਾਂਗੇ ਆਪਾਂ ਜੇ ਆਪਾਂ ਕਿਹਾ ਜੀ ਪ੍ਰੋਡਕਸ਼ਨ ਜ਼ਿਆਦਾ ਕਰਨੀ ਹੋਊਗੀ। ਜੇ ਪ੍ਰੋਡਕਸ਼ਨ ਕਦੋਂ ਜ਼ਿਆਦਾ ਕਰਾਂਗੇ, ਜਦੋਂ ਸਾਡੀ ਗਰੋਥ ਕਿਹਾ ਜੀ ਪ੍ਰੋਡਕਸ਼ਨ ਕਰਨ ਲਈ ਸਾਨੂੰ ਗਰੋਥ ਦੀ ਲੋੜ ਪੈਂਦੀ। ਅੱਗੇ ਹੈਗਾ ਜੀ ਇਫੈਕਟ ਆਫ ਟ੍ਰੇਡ ਸਾਈਕਲ, ਠੀਕ ਨਾ, ਕਿ ਮਤਲਬ ਕਿਹਾ ਜੀ ਜਿਹੜੇ ਸਾਡੇ ਮਤਲਬ ਇਕਨੋਮੀ ਦੇ ਵਿੱਚ ਟ੍ਰੇਡ ਸਰਕਲ ਆਉਂਦੇ ਰਹਿੰਦੇ ਆ, ਕਦੇ ਅਪ ਆ ਜਾਂਦੀ, ਕਦੇ ਡਾਊਨ ਹੋ ਜਾਂਦਾ, ਕਦੇ ਤੇਜ਼ੀ ਆ ਜਾਂਦੀ, ਕਦੇ ਮੰਦੀ ਆ ਜਾਂਦੀ, ਉਹਨੂੰ ਵੀ ਜੇ ਸਾਡੀ ਗਰੋਥ ਹੋਈ ਹੋਊਗੀ ਹੈ ਨਾ, ਉਹਨੂੰ ਵੀ ਆਪਾਂ ਆਸਾਨੀ ਨਾਲ ਕੀ ਕਰ ਸਕਦੇ ਆ, ਹੈਂਡਲ ਕਰ ਸਕਦੇ ਆ, ਠੀਕ ਹੈ ਨਾ। ਕਿ ਮਤਲਬ ਡਿਪਰੈਸ਼ਨ ਦੇ ਪੀਰੀਅਡ ਦੇ ਵਿੱਚ ਵੀ ਕਿਹਾ ਜੀ ਜਿੱਦਾਂ ਹੁਣ ਮਤਲਬ ਲੋਕਡਾਊਨ ਹੋਇਆ, ਲੋਕਡਾਊਨ ਦੇ ਵਿੱਚ ਕੀ ਹੋਇਆ, ਜਿਹੜੀਆਂ ਛੋਟੀਆਂ ਮੋਟੀਆਂ ਸਮਾਲ ਇੰਡਸਟਰੀਆਂ ਸੀਗੀਆਂ ਉਹ ਲੋਕਡਾਊਨ ਨੂੰ ਨਹੀਂ ਸਹਿਣ ਕਰ ਸਕੀਆਂ, ਉਹ ਬੰਦ ਹੋ ਗਈਆਂ, ਲੇਕਿਨ ਵੱਡੀਆਂ ਇੰਡਸਟਰੀਆਂ ਕਿਹਾ ਜੀ ਉਹਨਾਂ ਨੂੰ ਸਹਿਣ ਕਰ ਗਈਆਂ, ਠੀਕ ਨਾ। ਅੱਗੇ ਰਾਈਜ਼ ਆਫ ਦੀ ਸਟਾਕ ਕੰਪਨੀਜ਼, ਠੀਕ ਨਾ, ਮਤਲਬ ਕਿਹਾ ਜੀ ਜਿਹੜੀਆਂ ਜੁਆਇੰਟ ਸਟਾਕ ਕੰਪਨੀਆਂ ਹੈ ਨਾ, ਜੇ ਆਪਾਂ ਉਹ ਬਣਾਉਣਾ ਚਾਹੁੰਦੇ ਹਾਂ ਕਿ ਮਤਲਬ ਜਿਹੜੀਆਂ ਜੁਆਇੰਟ ਸਟਾਕ ਕੰਪਨੀਆਂ ਹੁੰਦੀਆਂ ਉਹ ਜ਼ਿਆਦਾ ਕੀ ਕਰਦੀਆਂ ਹੈਗੀਆਂ ਜੀ, ਗਰੋਥ ਤੇ ਜ਼ਿਆਦਾ ਪ੍ਰੈਫਰ ਕਰਦੀਆਂ, ਠੀਕ ਨਾ। ਕਿ ਉਹਨਾਂ ਦਾ ਜਿਹੜਾ ਰਿਜ਼ਲਟ ਹੁੰਦਾ ਆ ਕਿ ਮਤਲਬ ਆਰਗੇਨਾਈਜੇਸ਼ਨ ਜਿਹੜੇ ਹੈਗੇ ਆ ਉਹ ਜ਼ਿਆਦਾਤਰ ਕੀ ਬਣਨਾ ਚਾਹੁੰਦੇ ਆ ਕਿ ਅਸੀਂ ਕੀ ਕਹਿੰਦੇ ਜੁਆਇੰਟ ਸਟਾਕ ਕੰਪਨੀ ਕਨਵਰਟ ਹੋਣਾ, ਉਹਨਾਂ ਨੂੰ ਗਰੋਥ ਦੀ ਲੋੜ ਹੁੰਦੀ, ਕਿਉਂਕਿ ਬਿਨਾਂ ਗਰੋਥ ਤੋਂ ਬੇਟਾ ਅਸੀਂ ਕੀ ਕਰ ਸਕਦੇ ਹੈਗੇ ਜੀ, ਜੁਆਇੰਟ ਸਟਾਕ ਕੰਪਨੀ ਦੇ ਵਿੱਚ ਨਹੀਂ ਜਾਂਦੇ, ਠੀਕ ਨਾ। ਅੱਗੇ ਬੇਟਾ ਹੈਗਾ ਇੰਪਰੂਵ ਮੀਨਸ ਆਫ ਟਰਾਂਸਪੋਰਟ ਐਂਡ ਕਮਿਊਨੀਕੇਸ਼ਨ, ਉਹੀ ਹੈ ਬੇਟਾ ਕਿ ਜਿਹੜੀਆਂ ਮਤਲਬ ਕਿਹਾ ਜੀ ਕਿ ਸਾਡੇ ਕੋਲ ਟਰਾਂਸਪੋਰਟ ਜਾਂ ਕਮਿਊਨੀਕੇਸ਼ਨ ਦਾ ਮਤਲਬ ਜਿਹੜੀਆਂ ਸਰਵਿਸ ਹੈ ਨਾ ਉਹਨਾਂ ਵਿੱਚ ਕੀ ਕਰਨਾ ਜੀ, ਇੰਪਰੂਵ ਕਰਨਾ ਉਹਨਾਂ ਨੂੰ। ਔਰ ਇੰਪਰੂਵ ਕਦੋਂ ਕਰ ਸਕਦੇ ਆ, ਜਦੋਂ ਸਾਡੇ ਕੋਲ ਜ਼ਿਆਦਾ ਫੰਡ ਹੋਣਗੇ, ਜ਼ਿਆਦਾ ਸੋਰਸਸ ਹੋਣਗੇ, ਔਰ ਉਹ ਕਿੰਨਾ ਆਉਣੇ ਆ, ਜੇ ਸਾਡਾ ਬਿਜ਼ਨਸ ਕੀ ਕਰਦਾ ਜੀ, ਗਰੋਥ ਕਰਦਾ ਹੈ, ਠੀਕ ਨਾ। ਅੱਗੇ ਹੈਗਾ ਟੈਕਨੋਲੋਜੀਕਲ ਪ੍ਰੋਗਰੈਸ, ਕਿ ਮਤਲਬ ਜੇ ਆਪਾਂ ਮਾਡਰਨ ਟੈਕਨੋਲੋਜੀ ਸਾਇੰਟੀਫਿਕ ਟੈਕਨੋਲੋਜੀ ਨੂੰ ਯੂਜ਼ ਕਰਨਾ ਚਾਹੁੰਦੇ ਆ, ਉਹਲੇ ਵੀ ਸਾਨੂੰ ਬਿਜ਼ਨਸ ਵਿੱਚ ਕੀ ਚਾਹੀਦੀ ਹੈ ਜੀ, ਗਰੋਥ ਚਾਹੀਦੀ ਆ, ਕਿਉਂਕਿ ਇਹਨਾਂ ਚੀਜ਼ਾਂ ਲਈ ਪੈਸਾ ਚਾਹੀਦਾ ਆ। ਔਰ ਪੈਸਾ ਕਿੱਥੋਂ ਆਊਗਾ, ਜੇ ਸਾਡੇ ਕੋਲ ਕਿਹਾ ਜੀ ਜ਼ਿਆਦਾ ਤੋਂ ਜ਼ਿਆਦਾ ਕੀ ਹੋਣ ਜੀ, ਫੰਡ ਹੋਣਗੇ। ਔਰ ਫੰਡ ਕਿੱਥੋਂ ਆਉਣੇ ਆ, ਜੇ ਸਾਡਾ ਬਿਜ਼ਨਸ ਕੀ ਕਰਦਾ ਹੈਗਾ ਜੀ, ਗਰੋਥ ਕਰਦਾ ਹੈਗਾ, ਠੀਕ ਨਾ। ਉਹ ਤੋਂ ਬੇਟਾ ਅੱਗੇ ਹੈਗਾ ਜੀ ਰਿਕੁਆਇਰਮੈਂਟ ਆਫ ਲਾਰਜ ਕੈਪੀਟਲ, ਕਿ ਲਾਰਜ ਕੈਪੀਟਲ ਦੀ ਜ਼ਰੂਰਤ ਲਈ ਵੀ ਸਾਨੂੰ ਕੀ ਚਾਹੀਦੀ ਹੈ ਜੀ, ਗਰੋਥ ਤੇ ਡਿਵਰਸਿਫਿਕੇਸ਼ਨ ਚਾਹੀਦੀ। ਜਿੰਨੀ ਮਤਲਬ ਗਰੋਥ ਤੇ ਡਿਵਰਸਿਫਿਕੇਸ਼ਨ ਜ਼ਿਆਦਾ ਹੋਊਗੀ ਸਾਡੇ ਕੋਲ ਕੈਪੀਟਲ ਉਨੀ ਜ਼ਿਆਦਾ ਮਾਤਰਾ ਵਿੱਚ ਆਊਗੀ। ਡਿਜ਼ਾਇਰ ਟੂ ਇੰਜੋਏ ਦੀ ਮੋਨੋਪੋਲੀ ਪਾਵਰ, ਠੀਕ ਨਾ, ਕਿ ਮਤਲਬ ਬੇਟਾ ਹਰੇਕ ਬਿਜ਼ਨਸ ਚਾਹੁੰਦਾ ਆ ਕਿ ਪੂਰੀ ਮਾਰਕੀਟ ਦੇ ਵਿੱਚ ਸਿਰਫ ਮੇਰਾ ਹੀ ਰਾਜ ਹੋਵੇ, ਠੀਕ ਨਾ। ਕਿ ਮੰਨ ਲਓ ਮੇਰਾ ਹੋਰ ਕੋਈ ਕੰਪੀਟੀਟਰ ਨਾ ਹੋਵੇ, ਮੇਰੀ ਮੋਨੋਪੋਲੀ ਹੋਵੇ, ਤਾਂ ਪਲੱਸ ਕਹਿ ਜੀ ਕਿ ਮੈਂ ਹੀ ਆਪਣੇ ਹਿਸਾਬ ਨਾਲ ਕਹਿ ਜੀ ਲੋਕਾਂ ਨੂੰ ਚੀਜ਼ਾਂ ਵੇਚਾਂ, ਠੀਕ ਹੈ। ਮਤਲਬ ਮਾਰਕੀਟ ਦੇ ਪ੍ਰਾਈਸ ਤੇ ਵੀ ਮੇਰਾ ਕੰਟਰੋਲ। ਜਿਹਦਾ ਜੀਓ ਆ, ਜੀਓ ਵਾਲੇ ਕੀ ਚਾਹੁੰਦੇ ਆ ਕਿ ਜਿਹੜੀ ਪੂਰੀ ਪਹਿਲਾਂ ਕਿੰਨੀਆਂ ਹੁੰਦੀਆਂ ਸੀ ਸਿੰਮਾਂ, ਠੀਕ ਨਾ, ਵੋਡਾਫੋਨ ਹੁੰਦੀਆਂ ਸੀ, ਅਲੱਗ-ਅਲੱਗ ਕਈ ਹੁੰਦੀਆਂ ਸੀਗੀਆਂ, ਠੀਕ ਆ, ਸਪਾਈਸ ਹੁੰਦੀ ਸੀਗੀ, ਠੀਕ ਨਾ, ਹੱਚ ਹੁੰਦੀ ਸੀਗੀ, ਉਹ ਸਾਰੀਆਂ ਕਾਹਦੇ ਕਰਕੇ ਬੰਦ ਹੋ ਗਈਆਂ ਕਿ ਜੀਓ ਨੇ ਆਪਣੀ ਮੋਨੋਪੋਲੀ ਕਾਇਮ ਕਰ ਲਈ। ਸਿਰਫ ਕਿੰਨੀਆਂ ਰਹਿ ਗਈਆਂ, ਜੀਓ ਰਹਿ ਗਈ ਆ, ਏਅਰਟੈਲ ਰਹਿ ਗਈ ਆ, ਆਈਡੀਆ ਰਹਿ ਗਈ ਆ, ਠੀਕ ਨਾ, ਆਈਡੀਆ ਵੋਡਾਫੋਨ ਇੱਕ ਵਾਜਾ BSNL। ਪਹਿਲਾਂ ਕਿੰਨੀਆਂ ਕੰਪਨੀਆਂ ਨੇ, ਇਹਦਾ ਕੀ ਸੀਗਾ ਕਿ ਹਰੇਕ ਚਾਹੁੰਦਾ ਕਿ ਮੈਂ ਆਪਣੀ ਮੋਨੋਪੋਲੀ ਕਾਇਮ ਕਰਾਂ ਤੇ ਮੋਨੋਪੋਲੀ ਨੂੰ ਇੰਜੋਏ ਕਰਨ ਲਈ ਵੀ ਗਰੋਥ ਦੀ ਲੋੜ ਆ। ਅੱਗੇ ਨੀਡ ਫॉर ਰੈਸ਼ਨਲਾਈਜੇਸ਼ਨ, ਰੈਸ਼ਨਲਾਈਜੇਸ਼ਨ ਬੇਟਾ ਕੀ ਹੁੰਦਾ ਆ ਕਿ ਜਿਹੜੀ ਹੈ ਨਾ ਮੰਨ ਲਓ ਜੇ ਆਪਾਂ ਰੈਸ਼ਨਲਾਈਜ਼ ਜਦੋਂ ਜਿਹੜੀ ਸਕੀਮ ਪਾਲਿਸੀ ਆਈ ਆ ਉਹਦੇ ਵਿੱਚ ਸਾਨੂੰ ਮੋਡਰਨਾਈਜੇਸ਼ਨ ਕਰਨਾ ਪੈਣਾ, ਸਾਡੇ ਰੀਆਰਗੇਨਾਈਜੇਸ਼ਨ ਕਰਨਾ ਪੈਣਾ, ਯਾਨੀ ਕਿ ਆਪਾਂ ਨੂੰ ਨਵੀਂ ਟੈਕਨੋਲੋਜੀ ਦੀ ਲੋੜ ਆ ਜਿਹਦੇ ਲਈ ਸਾਡੇ ਕੋਲ ਪੈਸਾ ਜ਼ਿਆਦਾ ਚਾਹੀਦਾ। ਔਰ ਜ਼ਿਆਦਾ ਪੈਸਾ ਆਪਾਂ ਕਦੋਂ ਕਰ ਸਕਦੇ ਹਾਂ, ਜਦੋਂ ਆਪਾਂ ਜੁਆਇੰਟਲੀ ਹੋ ਕੇ ਮਤਲਬ ਕਿ ਸਾਡੇ ਬਿਜ਼ਨਸ ਦੀ ਗਰੋਥ ਹੋਈ ਹੋਵੇ, ਪਹਿਲਾਂ ਤੋਂ ਆਪਾਂ ਜ਼ਿਆਦਾ
ਵਧੀਆ। ਅੱਗੇ ਬੇਟਾ ਹੈਗਾ ਪਰਸਨਲ ਐਂਬੀਸ਼ਨ। ਜਿਹੜਾ ਵੀ ਮਤਲਬ ਹੁੰਦਾ ਹੈ, ਕੋਈ ਵੀ ਬੰਦਾ ਬਿਜ਼ਨਸ ਕਰਦਾ ਆ, ਹਰੇਕ ਬਿਜ਼ਨਸ ਦਾ ਇੱਕ ਪਰਸਨਲ ਐਂਬੀਸ਼ਨ ਹੁੰਦਾ ਹੈ ਕਿ ਮੇਰਾ ਪ੍ਰੋਫਿਟ ਜ਼ਿਆਦਾ ਤੋਂ ਜ਼ਿਆਦਾ ਵਧੇ, ਠੀਕ ਨਾ। ਕਿ ਉਹਦਾ ਕਹਿ ਜੀ ਪਰਸਨਲ ਐਂਬੀਸ਼ਨ ਹੁੰਦਾ ਹੈ ਕਿ ਮੇਰਾ ਕੀ ਹੋਵੇ ਜੀ, ਜ਼ਿਆਦਾ ਤੋਂ ਜ਼ਿਆਦਾ ਮੇਰਾ ਪ੍ਰੋਫਿਟ ਹੋਵੇ, ਮੇਰੀ ਸੇਲ ਜ਼ਿਆਦਾ ਹੋਵੇ, ਪਲੱਸ ਕਿਆ ਜੀ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦਾ ਮਤਲਬ ਮੇਰਾ ਲਿਵਿੰਗ ਸਟੈਂਡਰਡ ਉੱਪਰ ਹੋਵੇ। ਹਰੇਕ ਬੰਦਾ ਤਰੱਕੀ ਕਰਨਾ ਚਾਹੁੰਦਾ, ਆਪਣੇ ਆਪ ਵੱਡਾ ਦਿਖਣਾ ਚਾਹੁੰਦਾ, ਉਹਦੇ ਲਈ ਵੀ ਗਰੋਥ ਦੀ ਜ਼ਰੂਰਤ ਆ, ਠੀਕ ਨਾ। ਉਹ ਤੋਂ ਬਾਅਦ ਅੱਗੇ ਹੈਗਾ ਜੀ ਪੇਟੈਂਟਸ ਲਾਅ, ਪਲੱਸ ਕਿਆ ਜੀ ਕਿ ਜਿਹੜੀ ਹੈ ਨਾ ਮਤਲਬ ਕਿਆ ਜੀ ਮੋਨੋਪਲੀ ਪੋਜੀਸ਼ਨ ਆ, ਠੀਕ ਨਾ। ਕਈ ਫਾਰਮਾਂ ਦੇ ਉਹਦੇ ਪੇਟੈਂਟ ਦੇ ਵਿੱਚ ਹੈਗਾ ਹੈ ਕਿ ਉਹ ਮਤਲਬ ਮੋਨੋਪਲੀ ਆਪਣੇ ਆਪ ਨੂੰ ਕਿਆ ਜੀ ਯੂਜ਼ ਕਰਨਾ ਚਾਹੁੰਦੇ ਆ, ਠੀਕ ਨਾ। ਉਹ ਕੀ ਕਰਦੇ ਹੈਗੇ ਜੀ, ਨਿਊ ਮਸ਼ੀਨ, ਨਿਊ ਮੈਥਡ, ਇਹਨਾਂ ਲਈ ਸਾਰਿਆਂ ਲਈ ਕਿਆ ਹੈਗੀ ਹੈ ਜੀ, ਉਹਨੂੰ ਮਤਲਬ ਗਰੋਥ ਦੀ ਲੋੜ ਪੈਂਦੀ ਆ, ਠੀਕ ਨਾ। ਅੱਗੇ ਡਿਜ਼ਾਇਰ ਫॉर ਸੈਲਫ ਸਫੀਸ਼ੀਐਂਟੀ, ਉਹੀ ਮਤਲਬ ਕਿ ਹਰੇਕ ਬਿਜ਼ਨਸ ਚਾਹੁੰਦਾ ਆ ਕਿ ਮੈਂ ਆਪਣੇ ਆਪ ਤੇ ਡਿਪੈਂਡ ਹੋਵਾਂ। ਕਈ ਬਿਜ਼ਨਸ ਕੀ ਹੁੰਦੇ ਆ ਕਿ ਸਾਨੂੰ ਰॉ ਮਟੀਰੀਅਲ ਲਈ ਜਾਂ ਹੋਰ ਯੂਨਿਟਾਂ ਲਈ ਦੂਜੀਆਂ ਯੂਨਿਟਾਂ ਤੇ ਡਿਪੈਂਡ ਕਰਨਾ ਪੈਂਦਾ। ਉਹ ਚਾਹੁੰਦਾ ਆ ਕਿ ਮੈਂ ਆਪਣਾ ਹੀ ਸਾਰਾ ਕੰਮ ਹੋਵਾ, ਮੈਨੂੰ ਦੂਜੀਆਂ ਯੂਨਿਟਾਂ ਤੇ ਨਾ ਡਿਪੈਂਡ ਹੋਣਾ ਪਵੇ। ਰॉ ਮਟੀਰੀਅਲ ਜਾਂ ਹੋਰ ਕੰਮ ਨਹੀਂ, ਰॉ ਮਟੀਰੀਅਲ ਵੀ ਆਪੇ ਤਿਆਰ ਕਰੇ, ਤਾਂ ਉਹਲੇ ਵੀ ਗਰੋਥ ਦੀ ਲੋੜ ਆ। ਅੱਗੇ ਗਵਰਨਮੈਂਟ ਪ੍ਰੈਸ਼ਰ ਆ, ਗਵਰਨਮੈਂਟ ਦਾ ਜ਼ਿਆਦਾ ਪ੍ਰੈਸ਼ਰ ਹੁੰਦਾ ਆ ਕਿ ਸਾਨੂੰ ਆਪਣੇ ਬਿਜ਼ਨਸ ਨੂੰ ਕਿਹਾ ਜੀ ਜ਼ਿਆਦਾ ਤੋਂ ਜ਼ਿਆਦਾ ਵਧਾਉਣਾ ਚਾਹੀਦਾ ਆ, ਠੀਕ ਨਾ। ਗਵਰਨਮੈਂਟ ਦੁਆਰਾ ਕਈ ਤਰ੍ਹਾਂ ਦੀਆਂ ਕਿਹਾ ਜੀ ਫੈਸਿਲਿਟੀਆਂ ਉਹਨਾਂ ਮਤਲਬ ਦਿੱਤੀਆਂ ਜਾਂਦੀਆਂ ਆ, ਜਿਨ੍ਹਾਂ ਨੂੰ ਕਿਹਾ ਜੀ ਜ਼ਿਆਦਾ ਉਹ ਕੀ ਕਰਦੇ ਹੈਗੇ ਆ ਜੀ, ਜ਼ਿਆਦਾ ਗਰੋਥ ਕਰਦੇ ਆ, ਠੀਕ ਨਾ। ਵੱਡੀਆਂ ਇੰਡਸਟਰੀਆਂ ਨੂੰ ਜ਼ਿਆਦਾ ਛੋਟਾਂ ਦਿੱਤੀਆਂ ਜਾਂਦੀਆਂ ਆ। ਇਸ ਕਰਕੇ ਕੀ ਕਰਦੇ ਹੈਗੇ ਆ ਜੀ ਕਿ ਜਿਹੜੀਆਂ ਨਾ ਮਤਲਬ ਇੰਡਸਟਰੀ ਸਾਡੇ ਕੋਲ, ਕਿ ਜਦੋਂ ਗਵਰਨਮੈਂਟ ਨੂੰ ਲੱਗਦਾ ਹੈ ਨਾ ਕਿ ਬਿਜ਼ਨਸ ਦੇ ਜ਼ਿਆਦਾ ਕੰਪੀਟੀਸ਼ਨ ਹੋਣ ਦੇ ਕਾਰਨ, ਠੀਕ ਹੈ, ਮਤਲਬ ਨੁਕਸਾਨ ਹੋ ਰਿਹਾ ਆ, ਤਾਂ ਸਰਕਾਰ ਵੀ ਕਿਹੜੇ ਪ੍ਰੈਸ਼ਰ ਪਾਉਂਦੀ ਆ ਕਿ ਭਾਈ ਤੁਸੀਂ ਆਪਣੇ ਸਾਰੇ ਬਿਜ਼ਨਸ ਆਪਸ ਵਿੱਚ ਮਿਲਾ ਲਓ, ਠੀਕ ਨਾ। ਅੱਗੇ ਬੇਟਾ ਹੈਗਾ ਜੀ ਸਟੇਜ ਆਫ ਗਰੋਥ। ਗਰੋਥ ਦੀ ਸਟੇਜ ਕੀ ਆ, ਜਿਹੜੀ ਗਰੋਥ ਦੀ ਆ ਕਿਹੜੀ ਕਿਹੜੀ ਸਟੇਜ ਹੁੰਦੀ ਆ, ਠੀਕ ਨਾ। ਗਰੋਥ ਦੀ ਸਟੇਜਾਂ ਬੇਟਾ ਸਾਡੇ ਕੋਲ ਹੈਗੀ, ਪਹਿਲੇ ਨੰਬਰ ਤੇ ਹੁੰਦੀ ਹੈਗੀ ਸਾਡੇ ਕੋਲ ਇੰਟਰੋਡਕਸ਼ਨ ਸਟੇਜ, ਠੀਕ ਨਾ। ਇੰਟਰੋਡਕਸ਼ਨ ਸਟੇਜ ਬੇਟਾ ਉਹ ਹੁੰਦੀ ਆ ਜਿਹਦੇ ਵਿੱਚ ਕੀ ਹੁੰਦੀ ਹੈਗਾ ਜੀ ਕਿ ਕੋਈ ਵੀ ਬਿਜ਼ਨਸ ਆ, ਇੰਟਰਪ੍ਰਾਈਜ਼ ਆ, ਠੀਕ ਨਾ, ਉਹ ਕੀ ਹੁੰਦਾ ਜੀ ਹਜੇ ਸਟਾਰਟਅਪ ਹੁੰਦਾ, ਮਤਲਬ ਨਵਾਂ ਨਵਾਂ ਕਹਿ ਜੀ ਸ਼ੁਰੂ ਹੋਇਆ ਹੁੰਦਾ ਆ, ਠੀਕ ਨਾ। ਕਿ ਜਿਹੜਾ ਮਤਲਬ ਕਹਿ ਜੀ ਲਿਮਟਡ ਪਲੇਸ ਦੇ ਵਿੱਚ ਹੁੰਦਾ ਆ, ਪਲੱਸ ਕਹਿ ਜੀ ਕਈ ਤਰ੍ਹਾਂ ਦੀਆਂ ਉਹਨੂੰ ਕਹਿ ਜੀ ਕੰਪੀਟੀਸ਼ਨ ਨੂੰ ਫੇਸ ਵੀ ਕਰ, ਮਤਲਬ ਉਹਨੇ ਕਿਹਾ ਜੀ ਕਿਸ ਤਰ੍ਹਾਂ ਦਾ ਬਹੁਤਾ ਕੰਪੀਟੀਸ਼ਨ ਨਹੀਂ ਉਹ ਫੇਸ ਕਰਦਾ ਹੈਗਾ, ਠੀਕ ਨਾ। ਸਿਰਫ ਆਪਣਾ ਥੋੜਾ ਜਿਹਾ ਪ੍ਰੋਡਕਸ਼ਨ ਕਰਕੇ ਆਪਣਾ ਪੈਸਾ ਕਹਿ ਜੀ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਸ ਤੋਂ ਬਾਅਦ ਬੇਟਾ ਅੱਗੇ ਆ ਜਾਂਦਾ ਹੈਗਾ ਗਰੋਥ ਸਟੇਜ, ਠੀਕ ਨਾ। ਗਰੋਥ ਸਟੇਜ ਦੇ ਵਿੱਚ ਕੀ ਆ ਜਾਂਦਾ, ਪਹਿਲਾਂ ਹੁੰਦਾ ਜੇ ਸਟਾਰਟ ਹੋਇਆ ਉਹ, ਠੀਕ ਨਾ। ਕਿ ਪਲੱਸ ਕੀ ਕਰਨਾ ਹੁੰਦਾ ਹੈਗਾ ਜੀ ਕਿ ਮਤਲਬ ਕਹਿ ਜੀ ਕਿ ਉਹਨੇ ਕਿਸ ਤਰ੍ਹਾਂ ਦਾ ਕਿਸੇ ਨੂੰ ਕੰਪੀਟੀਸ਼ਨ ਨਹੀਂ ਦੇਣਾ ਹੈਗਾ, ਠੀਕ ਨਾ। ਕਿ ਉਹਨੂੰ ਪ੍ਰੋਫਿਟ ਹੋ ਵੀ ਸਕਦਾ ਹੈ, ਨਹੀਂ ਵੀ ਹੋ ਸਕਦਾ, ਲੇਕਿਨ ਇਹਦੇ ਗਰੋਥ ਸਟੇਜ ਦੇ ਵਿੱਚ ਕੀ ਹੁੰਦਾ ਜੀ ਉਹ ਨਾ ਮਤਲਬ ਥੋੜਾ ਥੋੜਾ ਆਪਣੀ ਕਹਿ ਜੀ ਪ੍ਰੋਡਕਸ਼ਨ ਨੂੰ ਵਧਾਉਂਦਾ ਜਾਂਦਾ, ਆਪਣੀ ਮਤਲਬ ਕਹਿ ਜਿਹੜਾ ਇੰਟਰਪ੍ਰਾਈਜ਼ ਹੁੰਦਾ ਉਹਨੂੰ ਮਾਰਕੀਟ ਦੇ ਵਿੱਚ ਪਹਿਚਾਣ ਬਣਨੀ ਜਾਂਦੀ ਆ, ਠੀਕ ਨਾ। ਤੇ ਜਿਹਦੇ ਨਾਲ ਉਹਦੀ ਸੇਲ ਵੀ ਇਨਕਰੀਜ਼ ਹੁੰਦੀ ਆ, ਤੇ ਪਲੱਸ ਕਹਿ ਜੀ ਪ੍ਰੋਫਿਟ ਵੀ ਉਹਦਾ ਥੋੜਾ ਇਨਕਰੀਜ਼ ਹੋਣ ਲੱਗਦਾ ਆ, ਤੇ ਬਾਕੀਆਂ ਨਾਲ ਕੰਪੀਟੀਸ਼ਨ ਵੀ ਕਰਨ ਲੱਗ ਪੈਂਦਾ ਆ, ਠੀਕ ਨਾ। ਉਹ ਤੋਂ ਅੱਗੇ ਹੈਗਾ ਜੀ ਐਕਸਪੈਂਸਿਵ ਸਟੇਜ। ਐਕਸਪੈਂਸਿਵ ਸਟੇਜ ਦੇ ਵਿੱਚ ਬੇਟਾ ਉਹ ਕੀ ਕਰਦਾ ਆ ਕਿ ਜਿੱਥੇ ਉਹਦੀ ਇੱਕ ਬ੍ਰਾਂਚ ਹੁੰਦੀ ਆ ਉਹ ਹੋਰ ਬ੍ਰਾਂਚਾਂ ਖੁੱਲ੍ਹਣ ਲੱਗ ਪੈਂਦਾ, ਮਤਲਬ ਆਪਣੇ ਬਿਜ਼ਨਸ ਨੂੰ ਕੀ ਕਰਨ ਲੱਗ ਪੈਂਦਾ ਜੀ, ਵਧਾਉਣ ਲੱਗ ਪੈਂਦਾ। ਜੇ ਇੱਕ ਉਹਦੀ ਮੰਨ ਲਓ ਇੱਕ ਮਤਲਬ ਕਿਤੇ ਨਾ ਬ੍ਰਾਂਚ ਖੁੱਲੀ ਹੋਆ, ਇੱਕ ਦੋ ਦੋ ਕਿੰਨੀਆਂ ਕਰਨ ਲੱਗ ਪੈਂਦਾ, ਦੋ ਦੋ ਤਿੰਨ ਤਿੰਨ ਚਾਰ ਚਾਰ ਕਰਨ ਲੱਗ ਪੈਂਦਾ, ਠੀਕ ਨਾ। ਉਸ ਤੋਂ ਬਾਅਦ ਬੇਟਾ ਅੱਗੇ ਹੈਗਾ ਜੀ ਮੈਚਿਓਰਿਟੀ ਸਟੇਜ, ਠੀਕ ਨਾ। ਮੈਚਿਓਰਿਟੀ ਸਟੇਜ ਬੇਟਾ ਉਹ ਸਟੇਜ ਹੁੰਦੀ ਆ ਜਿਹਦੇ ਵਿੱਚ ਉਹਦੀ ਸੇਲ ਵੀ ਇਨਕਰੀਜ਼ ਹੁੰਦੀ ਆ, ਬਟ ਕਾਹਦੇ ਵਿੱਚ ਹੁੰਦੀ ਆ, ਡਿਕਰੀਜ਼ਿੰਗ ਰੇਟ ਦੇ ਵਿੱਚ। ਸੇਲ ਉਹਦੀ ਵੱਧਦੀ ਹੈਗੀ ਆ, ਸੇਲ ਉਹਦੀ ਵੱਧਦੀ ਆ, ਪਰ ਕਿਹਦੇ ਵਿੱਚ ਆ ਜੀ, ਘਟਦੀ ਦਰ ਨਾਲ ਵੱਧਦੀ। ਜੇ ਮਤਲਬ ਪਹਿਲੇ ਮਹੀਨੇ ਉਹਦੀ ਮਤਲਬ 800 ਵਧੀ ਸੀ, ਅਗਲੇ ਮਹੀਨੇ ਕਿੰਨੀ ਵਧਣੀ ਹੈ ਜੀ, 800 ਦੀ ਜਗ੍ਹਾ 700। ਉਹ ਤੋਂ ਅਗਲੇ ਸਾਲ ਕਿੰਨੀ ਵਧਣੀ ਹੈ ਜੀ, 700 ਦੀ ਜਗ੍ਹਾ 600। ਯਾਨੀ ਕਿ ਵੱਧਦੀ ਹੈਗੀ ਆ, ਪਰ ਕਿਹੜੇ ਕ੍ਰਮ ਦੇ ਵਿੱਚ, ਘਟਦੇ ਕ੍ਰਮ ਦੇ ਵਿੱਚ, ਠੀਕ ਨਾ। ਔਰ ਡਿਸਲਾਈਨਿੰਗ ਦੇ ਵਿੱਚ ਕੀ ਆ ਜਾਂਦਾ ਬੇਟਾ ਕਿ ਜਦੋਂ ਲਾਈਫ ਸਰਕਲ ਦੇ ਕਾਰਨ ਜਿਹੜਾ ਮਤਲਬ ਕਿਹਾ ਜੀ ਉਹਨਾਂ ਨੂੰ ਡਿਫੀਕਲਟੀਆਂ ਜ਼ਿਆਦਾ ਆਉਣ ਲੱਗ ਪੈਣੀਆਂ, ਸਰਵਾਈਵ ਨਹੀਂ ਕਰ ਸਕਦਾ, ਪਲੱਸ ਕਿਹਾ ਜੀ ਉਹ ਕੀ ਕਰਨ ਲੱਗ ਪੈਂਦਾ ਹੈਗਾ ਆ ਕਿ ਮਤਲਬ ਨਵੀਂ ਨਵੀਆਂ ਕੋਈ ਟੈਕਨੋਲੋਜੀ ਆਉਣ ਦੇ ਨਾਲ ਉਹਦਾ ਬਿਜ਼ਨਸ ਕਿਹਾ ਜੀ ਥੱਲੇ ਲੋਸ ਵਿੱਚ ਜਾਣ ਲੱਗ ਪੈਂਦਾ, ਮਤਲਬ ਕਿਹਾ ਜੀ ਡਰੋਪ ਹੋਣ ਲੱਗ ਪੈਂਦਾ। ਆਹ ਵਾਲੀ ਚੀਜ਼ ਉਸੇ ਚੀਜ਼ ਨੂੰ ਸ਼ੋ ਕਰਦੀ ਹੈ, ਠੀਕ ਨਾ। ਅੱਗੇ ਬੇਟਾ ਹੈਗਾ ਜੀ ਟਾਈਪ ਆਫ ਗਰੋਥ ਸਟ੍ਰੈਟਜੀ, ਠੀਕ ਨਾ। ਕਿ ਮਤਲਬ ਆਪਾਂ ਗਰੋਥ ਕਿੱਦਾਂ ਕਰਦੇ ਆ, ਗਰੋਥ ਦੀਆਂ ਸਾਡੇ ਕੋਲ ਸਟ੍ਰੈਟਜੀ ਕਿਹੜੀਆਂ, ਠੀਕ ਨਾ। ਬੇਟਾ ਆਹ ਵਾਲੀਆਂ ਸਟ੍ਰੈਟਜੀ ਹੈਗੀਆਂ, ਇਹੀ ਵਾਲੀਆਂ ਅਸੀਂ ਪੜ੍ਹਨੀਆਂ ਆ। ਇਹਨਾਂ ਦੀ ਮੰਨ ਲਓ ਕਿ ਜੀ 5 ਨੰਬਰ ਕਿਸੇ ਦੀ ਐਡਵਾਂਟੇਜ ਡਿਸਐਡਵਾਂਟੇਜ ਵੀ ਆ ਸਕਦਾ। ਜੇ ਤੁਹਾਨੂੰ ਸਿੰਪਲ ਬੋਲਦੇ ਨਾ ਟਾਈਪ ਆਫ ਗਰੋਥ ਸਟ੍ਰੈਟਜੀ ਕਿਹੜੀ ਲਿਖੀ, ਤਾਂ ਤੁਸੀਂ ਆਹੀ ਐਕਸਪਲੇਨ ਕਰਨੀ ਆ, ਇਹਦੀ ਐਡਵਾਂਟੇਜ ਡਿਸਐਡਵਾਂਟੇਜ ਲਿਖਣ ਦੀ ਲੋੜ ਨਹੀਂ ਹੈਗੀ। ਜੇ ਕੋਈ ਇੱਕ ਆ ਜਾਂਦਾ ਮੰਨ ਲਓ 5 ਨੰਬਰ ਦੇ, ਫਿਰ ਤੁਸੀਂ ਐਡਵਾਂਟੇਜ ਡਿਸਐਡਵਾਂਟੇਜ ਵੀ ਕਰ ਲੈਣੀ ਹੈ, ਠੀਕ ਹੈ, ਠੀਕ ਹੈ ਨਾ। ਜਿੱਦਾਂ ਪਹਿਲੇ ਨੰਬਰ ਤੇ ਕਿਹੜੀ ਹੈ ਜੀ, ਐਕਸਪੈਂਸ਼ਨ। ਐਕਸਪੈਂਸ਼ਨ ਦਾ ਮਤਲਬ ਹੁੰਦਾ ਆ ਕਿ ਅਸੀਂ ਜਿਹੜੀਆਂ ਸਾਡੀਆਂ ਐਕਟੀਵਿਟੀ ਚੱਲਦੀਆਂ ਪਈਆਂ, ਚਾਹੇ ਪ੍ਰੋਡਕਸ਼ਨ ਦੀਆਂ ਹੈ ਚਾਹੇ ਮੈਨੂਫੈਕਚਰ ਦੀਆਂ ਹੈ, ਪ੍ਰੈਜੈਂਟਲੀ ਜਿੰਨੀਆਂ ਹੈਗੀਆਂ ਆ ਉਹਨਾਂ ਨੂੰ ਆਪਾਂ ਕਪੈਸਿਟੀ ਨੂੰ ਇਨਕਰੀਜ਼ ਕਰ ਦੇਣਾ। ਜੇ ਸਾਡੇ ਕੋਲ 2 ਮਸ਼ੀਨਾਂ ਆ ਆਪਾਂ 5 ਮਸ਼ੀਨਾਂ ਕਰ ਦੇਣੀਆਂ, ਜੇ ਸਾਡੇ ਕੋਲ 6 ਮਸ਼ੀਨਾਂ ਆ ਅਸੀਂ ਕਹਿੰਦੀ
ਬਿਲਕੁਲ ਉਸੇ ਟਾਈਪ ਦਾ ਕੰਮ ਆਪਾਂ ਵਧਾ ਦੇਣਾ, ਮਤਲਬ ਉਹਦਾ ਕਹਿ ਜੀ ਲੈਵਲ ਵਧਾ ਦੇਣਾ। ਜੇ ਸਾਡੇ ਕੋਲ ਇੱਕ ਫੈਕਟਰੀ ਆ, ਬਿਲਕੁਲ ਉਸੇ ਤਰ੍ਹਾਂ ਦੀ ਆਪਾਂ ਕੀ ਕਰ ਦੇਣੀ ਹੈਗੀ ਆ ਜੀ, ਨਵੀਂ ਫੈਕਟਰੀ ਲਾ ਦੇਣੀ ਹੈਗੀ ਆ, ਠੀਕ ਹੈ ਨਾ। ਇਹਦੇ ਵਿੱਚ ਕੀ ਹੁੰਦਾ ਬੇਟਾ, ਪ੍ਰੋਡਕਸ਼ਨ ਅਸੀਂ ਕੀ ਕਰਦੇ ਆ, ਪਹਿਲਾਂ ਨਾਲੋਂ ਜ਼ਿਆਦਾ ਕਰਦੇ ਆ। ਪ੍ਰੋਡਕਸ਼ਨ ਕੀ ਕਰਦੇ ਆ ਜੀ, ਪਹਿਲਾਂ ਨਾਲੋਂ ਜ਼ਿਆਦਾ। ਇਹਦੇ ਵਿੱਚ ਕੀ ਕਰਨਾ ਕਿ ਉਹਨੇ ਆਪਣੀ ਜਿਹੜੀ ਪਹਿਲਾਂ ਵਾਲੀ ਕੈਪੈਸਿਟੀ ਆ ਨਾ ਉਹਨੂੰ ਵਧਾ ਦੇਣਾ। ਜਿੱਥੇ 2 ਚੀਜ਼ਾਂ ਬਣਾਉਂਦੇ ਉੱਥੇ 4 ਬਣਾਉਣ ਲੱਗ ਪੈਂਦੀਆਂ, ਠੀਕ ਹੈ ਨਾ। ਇਹਦੇ ਬੇਟਾ ਸਾਨੂੰ ਦਿੱਤਾ ਹੈ ਐਕਸਪੈਂਸ਼ਨ ਥਰੂ ਦੀ ਮਾਰਕੀਟ ਪੈਨਟ੍ਰੇਸ਼ਨ। ਤੁਹਾਨੂੰ ਦੱਸਿਆ ਸੀਗਾ, ਮੰਨ ਲਓ ਜਿਹੜੇ ਸਾਡੇ ਕਸਟਮਰ ਹੈਗੇ ਆ ਉਹਨਾਂ ਨੂੰ ਹੀ ਆਪਾਂ ਸਮਾਨ ਜ਼ਿਆਦਾ ਮਾਤਰਾ ਵਿੱਚ ਵੇਚਣਾ ਆ। ਕਿ ਜਿੱਦਾਂ ਮੰਨ ਲੱਗਿਆ ਜੀ ਉਹਨਾਂ ਨੂੰ ਐਕਸਚੇਂਜ ਆਫਰ ਦੇ ਦੇਣਾ ਕਿ ਭਾਈ ਪੁਰਾਣਾ ਟੀਵੀ ਦੇ ਜਾਓ, ਨਵਾਂ ਟੇਕ ਲੈ ਜਾਓ। ਜਿੱਦਾਂ ਕਹਿੰਦੇ ਨੇਗੇ ਕਿ ਨਵੀਂ ਕਾਰ ਪੁਰਾਣੀ ਕਾਰ ਦੇ ਕੇ ਨਵੀਂ ਕਾਰ ਐਕਸਚੇਂਜ ਕਰਕੇ ਲੈ ਜਾਓ। ਥਰੂ ਉਹਦੀ ਮਾਰਕੀਟ ਡਿਵੈਲਪਮੈਂਟ ਇਹ ਵੀ ਤੁਹਾਨੂੰ ਦੱਸਿਆ ਆ ਕਿ ਮਤਲਬ ਅਸੀਂ ਕੀ ਕਰਨਾ ਹੈਗਾ ਜੀ, ਜਿਹੜਾ ਸਾਡੀ ਮਤਲਬ ਕਿਹਾ ਜੀ ਪ੍ਰੋਡਕਟ ਵਾ ਉਹਦੇ ਵਿੱਚ ਕਿਹਾ ਜੀ ਕੁਝ ਨਵੇਂ ਫੀਚਰ ਐਡ ਕਰ ਦੇਣੇ। ਐਕਸਪੈਂਸ਼ਨ ਉਹਦੀ ਪ੍ਰੋਡਕਟ ਡਿਵੈਲਪਮੈਂਟ, ਇਹ ਤੁਹਾਨੂੰ ਪਤਾ ਹੈ ਕਿ ਮੰਨ ਲਓ ਜਿਹੜੀ ਐਗਜ਼ਿਸਟਿੰਗ ਸਾਡੇ ਕੋਲ ਟੈਕਨੋਲੋਜੀ ਆ ਉਹਦੇ ਵਿੱਚ ਆਪਾਂ ਨਵੀਂ ਟੈਕਨੋਲੋਜੀ ਵਰਤਣੀ ਹੈਗੀ, ਠੀਕ ਹੈ ਨਾ। ਉਹ ਤੋਂ ਬੇਟਾ ਅੱਗੇ ਹੈਗਾ ਸਾਡੇ ਕੋਲ ਡਿਵਰਸੀਫਿਕੇਸ਼ਨ। ਡਿਵਰਸੀਫਿਕੇਸ਼ਨ ਦਾ ਮੈਂ ਦੱਸ ਦਿੱਤਾ ਆ ਕਿ ਡਿਵਰਸੀਫਿਕੇਸ਼ਨ ਦਾ ਹੈਗਾ ਆ ਕਿ ਅਸੀਂ ਕੀ ਕਰਨਾ ਹੈਗਾ ਕਿ ਜਿਹੜਾ ਮਤਲਬ ਆਪਾਂ ਟੈਕਨੋਲੋਜੀ ਵਰਤਦੇ ਪਏ ਆ ਉਹਦੇ ਵਿੱਚ ਕੋਈ ਨਵੀਂ ਟੈਕਨੋਲੋਜੀ ਯੂਜ਼ ਕਰ ਦੇਣੀ, ਜਾਂ ਨਵਾਂ ਪ੍ਰੋਡਕਟ ਯੂਜ਼ ਕਰ ਦੇਣਾ, ਜਾਂ ਨਵੀਂ ਕੋਈ ਮਾਰਕੀਟ ਐਡ ਕਰ ਦੇਣੀ। ਜਿਹੜਾ ਐਕਸਪੈਂਸ਼ਨ ਸੀਗਾ ਉਹਦੇ ਵਿੱਚ ਅਸੀਂ ਬੇਟਾ ਕੀ ਕਰਦੇ ਸੀਗੇ, ਮਾਰਕੀਟ ਸਾਡੀ ਉਸ ਤੱਕ ਹੀ ਰਹਿੰਦੀ ਸੀਗੀ, ਪਰ ਆਪਾਂ ਕਿਹਾ ਜੀ ਉਹਦੇ ਵਿੱਚ ਕੋਈ ਨਵੀਂ ਚੀਜ਼ ਨਹੀਂ ਐਡ ਕਰਦੇ। ਲੇਕਿਨ ਇਹਦੇ ਵਿੱਚ ਕੀ ਸੀਗਾ, ਡਿਵਰਸੀਫਿਕੇਸ਼ਨ ਦੇ ਵਿੱਚ ਕਿਹਾ ਜੀ ਕਿ ਅਸੀਂ ਕੋਈ ਜਾਂ ਤਾਂ ਨਵਾਂ ਪ੍ਰੋਡਕਟ ਲਾਂਚ ਕਰ ਦੇਣਾ, ਜਿਹੜਾ ਸਾਡਾ ਪਹਿਲਾਂ ਚੱਲਦਾ ਪਿਆ ਉਹਦੇ ਉਹਨੂੰ ਨਹੀਂ ਵਧਾਉਣਾ, ਕੋਈ ਐਕਸਟਰਾ ਚੀਜ਼ ਨਾਲ ਐਡ ਕਰਨੀ। ਕੋਈ ਨਵਾਂ ਪ੍ਰੋਡਕਟ ਲਾਂਚ ਕਰ ਸਕਦੇ ਆ, ਜਾਂ ਫਿਰ ਕਹਿ ਜੀ ਨਵੀਂ ਮਾਰਕੀਟ ਲੱਭ ਕੇ ਉੱਥੇ ਆਪਾਂ ਜਾ ਸਕਦੇ ਆ, ਜਾਂ ਫਿਰ ਕਹਿ ਜੀ ਕਿ ਜਿਹੜੀਆਂ ਸਾਡੇ ਕੋਲ ਪਹਿਲਾਂ ਤੋਂ ਸਰਵਿਸਾਂ ਹੈਗੀਆਂ ਆ ਉਹਨਾਂ ਵਿੱਚ ਕਹਿ ਜੀ ਕੋਈ ਆਪਾਂ ਨਵੀਂ ਚੀਜ਼ ਐਡ ਕਰ ਦੇਣੀ। ਜਿੱਦਾਂ ਮੈਂ ਦੱਸਿਆ ਆ ਕਿ ਪਹਿਲਾਂ ਜਿਹੜੇ ਫੋਨ ਹੁੰਦੇ 2G ਹੁੰਦੇ ਸੀਗੇ, ਫਿਰ ਉਹਨੇ 3G ਬਣਾਏ, ਫਿਰ 4G ਬਣਾਏ। ਹੁਣ ਬਣਾਉਣ ਨੂੰ ਤਾਂ ਸ਼ੁਰੂ ਵਿੱਚ 5G ਬਣਾ ਸਕਦੇ ਸੀਗੇ, ਪਰ ਜੇ 5G ਬਣਾ ਦਿੰਦੇ ਤਾਂ ਉਹਨਾਂ ਦਾ 2G ਤੇ 3G ਵਾਲੇ ਫੋਨ ਕਿਹਨੇ ਖਰੀਦਣੇ ਸੀਗੇ। ਇਸੇ ਕਰਕੇ ਉਹ ਕਿਹਾ ਜੀ ਕੁਝ ਕਮੀ ਰੱਖ ਲੈਂਦੇ ਆ, ਉਹਨੂੰ ਕਿਹਾ ਜੀ ਬਾਅਦ ਵਿੱਚ ਉਹ ਕੀ ਕਰਦੇ ਹੈਗੇ ਆ ਜੀ ਅੱਗੇ ਐਡ ਕਰਦੇ, ਠੀਕ ਨਾ। ਇੱਦਾਂ ਬੇਟਾ ਅਗਲਾ ਹੈਗਾ ਸਾਡੇ ਵਿੱਚ ਮਰਜ ਕਰਨਾ, ਠੀਕ ਨਾ। ਮਰਜ ਬੇਟਾ ਤੁਸੀਂ ਪਹਿਲਾਂ ਪੜ੍ਹਿਆ ਵੀ ਹੈ ਸੈਕੰਡ ਈਅਰ, ਠੀਕ ਨਾ। ਕਿ ਮਰਜ ਦਾ ਮਤਲਬ ਕੀ ਹੁੰਦਾ ਆ ਕਿ ਜਦੋਂ 2 ਬਿਜ਼ਨਸ ਮਰਜ ਜਾਂ ਅਮਲਗਾਮੇਸ਼ਨ, ਠੀਕ ਨਾ। ਮਰਜ ਜਾਂ ਕਿਹਾ ਜੀ ਅਮਲਗਾਮੇਸ਼ਨ, ਮਤਲਬ ਕਿਹਾ ਜੀ ਕਿ ਜਦੋਂ 2 ਜਾਂ 2 ਤੋਂ ਜ਼ਿਆਦਾ ਬਿਜ਼ਨਸ ਜਾਂ ਕੰਪਨੀਆਂ ਮਿਲ ਕੇ ਕੋਈ ਸਾਂਝਾ ਕੰਮ ਕਰਦੀਆਂ ਆ, ਠੀਕ ਨਾ। ਉਹਨਾਂ ਨੇ ਕਿਹਾ ਜੀ ਆਪਣੇ ਐਸੈਟ ਵੀ ਮਿਲਾ ਲੈਣੇ ਆ, ਆਪਣੇ ਕਿਹਾ ਜੀ ਐਸੈਟ ਵੀ ਮਿਲਾ ਲੈਣੇ, ਮਤਲਬ ਉਹਨੇ ਕਿਹਾ ਜੀ 2 ਕੰਪਨੀ ਦੇ ਰਲ ਕੇ ਇੱਕ ਕੰਪਨੀ ਬਣ ਜਾਂਦੀ ਹੈ। 2 ਕੰਪਨੀਆਂ ਦੇ ਰਲ ਕੇ ਕੀ ਬਣ ਜਾਣੀ ਹੈ ਜੀ, ਉਹ ਕੰਪਨੀ ਬਣ ਜਾਂਦੀ ਆ। ਤੇ ਪਲੱਸ ਉਹਨਾਂ ਦੇ ਕਿਹਾ ਜੀ ਐਸੈਟ ਵੀ ਵੱਧ ਜਾਂਦੇ ਆ, ਉਹਨਾਂ ਦੀ ਪ੍ਰੋਡਕਸ਼ਨ ਦੀ ਕੈਪੈਸਿਟੀ ਵੀ ਵੱਧ ਜਾਂਦੀ, ਉਹਨਾਂ ਦੀ ਕੈਪੀਟਲ ਵੀ ਵੱਧ ਜਾਂਦਾ, ਫੰਡ ਵੀ ਵੱਧ ਜਾਣੇ। ਤੇ ਜਿਹਦੇ ਨਾਲ ਕਿਆ ਕਰ ਸਕਦੇ ਜੀ, ਉਹਨੇ ਬਿਜ਼ਨਸ ਗਰੋਥ ਜ਼ਿਆਦਾ ਹੁੰਦੀ ਆ, ਠੀਕ ਹੈ ਨਾ। ਉਹ ਤੋਂ ਅੱਗੇ ਹੈਗਾ ਜੀ ਹੋਲਡਿੰਗ ਕੰਪਨੀ। ਹੋਲਡਿੰਗ ਕੰਪਨੀ ਦੇ ਵਿੱਚ ਬੇਟਾ ਕੀ ਕਰਦੇ ਆ ਕਿ ਕਿਸੇ ਇੱਕ ਕੰਪਨੀ ਨੇ ਦੂਜੀ ਕੰਪਨੀ ਨੂੰ ਖਰੀਦਣਾ ਨਹੀਂ ਹੈਗਾ, ਸਿਰਫ ਉਹਦੇ ਵਿੱਚ ਉਹਦੇ ਕੋਲੋਂ ਕੋਈ ਸ਼ੇਅਰ ਖਰੀਦ ਕੇ ਉਹਦੀ ਮੈਨੇਜਮੈਂਟ ਨੂੰ ਕੰਟਰੋਲ ਕਰਦਾ ਹੁੰਦਾ, ਠੀਕ ਨਾ। ਜਿੱਦਾਂ ਮਰਜ ਦੇ ਵਿੱਚ ਕੀ ਆ ਕਿ ਜਿਹੜੀਆਂ 2 ਕੰਪਨੀਆਂ ਆ, ਮਰਜ ਦੇ ਵਿੱਚ ਕੀ ਹੋਣਾ, ਜਿਹੜੀਆਂ 2 ਕੰਪਨੀਆਂ ਹੋਣੀਆਂ ਆ, 2 ਕੰਪਨੀਆਂ ਤੋਂ ਕਿੰਨੀਆਂ ਬਣ ਰਲ ਕੇ ਇੱਕ ਕੰਪਨੀ ਬਣ ਜਾਂਦੀ ਹੈ। ਜੇ ਇੱਕ ਕੰਪਨੀ ਦੂਜੀ ਕੰਪਨੀ ਕੀ ਕਰ ਲੈਂਦੀ ਹੈ, ਟੇਕ 2 ਕੰਪਨੀਆਂ। ਲੇਕਿਨ ਹੋਲਡਿੰਗ ਦੇ ਵਿੱਚ ਜਿਹੜੀ ਕੰਪਨੀਆਂ 2 ਹੀ ਰਹਿੰਦੀਆਂ ਆ, ਜਿੱਦਾਂ ਏ ਕੰਪਨੀ ਨੇ B ਕੰਪਨੀ ਦੇ ਸ਼ੇਅਰ ਖਰੀਦ ਲੈਣੇ, ਜਿਹੜੀ ਜਿਹਦੇ ਸ਼ੇਅਰ ਖਰੀਦਣੇ ਉਹ ਸਬਸਿਡਰੀ ਕੰਪਨੀ ਹੋਣੀ, ਜਿਹਨੇ ਸ਼ੇਅਰ ਖਰੀਦਣੇ ਉਹ ਕੀ ਹੋਣੀ ਜੀ, ਹੋਲਡਿੰਗ ਕੰਪਨੀ। ਉਹਨੇ ਉਹਦੀ ਮੈਨੇਜਮੈਂਟ ਨੂੰ ਕੰਟਰੋਲ ਕਰਨਾ, ਉਹਦੀ ਕੀ ਕਰਨਾ ਜੀ, ਮੈਨੇਜਮੈਂਟ ਨੂੰ ਕੰਟਰੋਲ ਕਰਨਾ, ਉਹ ਹੁੰਦੀ ਹੋਲਡਿੰਗ ਕੰਪਨੀ, ਠੀਕ ਨਾ। ਬਿਜ਼ਨਸ ਕੰਬੀਨੇਸ਼ਨ ਕੀ ਹੁੰਦਾ, ਅੱਗੇ ਉਹਦਾ ਬਿਜ਼ਨਸ ਕੰਬੀਨੇਸ਼ਨ ਦੇ ਵਿੱਚ ਹੁੰਦਾ ਕਿ ਜੇ 2 ਅਲੱਗ-ਅਲੱਗ ਤਰ੍ਹਾਂ ਦੇ ਨੇ ਮਤਲਬ ਸੈਕਟਰ ਹੈਗੇ, ਇੰਟਰਪ੍ਰਾਈਜ਼ ਹੈਗੇ, ਇੱਕ ਮਤਲਬ ਕੋਈ ਸਰਵਿਸ ਦਿੰਦਾ, ਇੱਕ ਕੋਈ ਸਰਵਿਸ ਦਿੰਦਾ, ਅਸੀਂ ਉਹਨਾਂ ਦੋਨਾਂ ਨੇ ਮਿਲ ਜਾਣਾ। ਜਿੱਦਾਂ ਮਤਲਬ ਕਿਹਾ ਜੀ ਫੋਰ ਐਗਜ਼ਾਮਪਲ ਸੋਨਾਲੀਕਾ ਦੇ ਟਰੈਕਟਰ ਵਾ, ਹੈ ਨਾ। ਇੱਕ ਕੰਪਨੀ ਦੇ ਵਿੱਚ ਟਰੈਕਟਰ ਬਣਦੇ ਆ, ਇੱਕ ਹੋਰ ਇੰਟਰਪ੍ਰਾਈਜ਼ ਆ ਉੱਥੇ ਕੀ ਬਣਦੇ ਟਰੈਕਟਰ ਦੇ ਟਾਇਰ। ਉਹਨੇ ਕੀ ਕਰਨਾ, ਦੋਨਾਂ ਨੇ ਆਪਸ ਵਿੱਚ ਰਲ ਜਾਣਾ, ਆਪਸ ਵਿੱਚ ਬਿਜ਼ਨਸ ਬਣਾ ਲੈਣਾ, ਠੀਕ ਨਾ। ਉਹਨਾਂ ਕਹਿ ਜੀ ਉਹਦਾ ਬਿਜ਼ਨਸ ਦੀ ਕੀ ਹੋ ਸਕਦੀ ਜਿਹੜੀ ਗਰੋਥ ਹੋ ਸਕਦੀ ਹੈ, ਤਾਂ ਵੀ ਉਹ ਕਹਿ ਜੀ ਜ਼ਿਆਦਾ ਗਰੋਥ ਕਰ ਸਕਦੀ ਆ, ਠੀਕ ਨਾ। ਇਹ ਮਤਲਬ ਅਲੱਗ-ਅਲੱਗ ਹੋ ਸਕਦਾ ਕਿ ਮੰਨ ਲਓ ਕਈ ਵੇਲੇ ਕਿਹਾ ਜੀ ਐਦਾਂ ਦੇ ਵੀ ਬੰਦੇ ਰਲ ਜਾਂਦੇ ਆ ਜਿਨ੍ਹਾਂ ਦਾ ਆਪਸ ਵਿੱਚ ਕੋਈ ਲੈਣ ਦੇਣਾ ਨਹੀਂ ਹੁੰਦਾ, ਕਾਹਦੇ ਵਾਸਤੇ, ਸਿਰਫ ਰਲ ਕੇ ਕਿ ਉਹਨਾਂ ਦਾ ਕਿਹਾ ਜੀ ਦੂਜਾ ਵੱਧ ਜਾਏ, ਬਿਜ਼ਨਸ ਵੱਧ ਜਾਵੇ, ਠੀਕ ਨਾ। ਉਹ ਤੋਂ ਬਾਅਦ ਬੇਟਾ ਅਗਲਾ ਹੁੰਦਾ ਹੈਗਾ ਤੇ ਫਿਰ ਜੁਆਇੰਟ ਵੈਂਚਰ। ਕੀ ਹੁੰਦਾ ਜੀ, ਜੁਆਇੰਟ ਵੈਂਚਰ। ਜੁਆਇੰਟ ਵੈਂਚਰ ਬੇਟਾ ਪਤਾ ਹੈ ਤੁਹਾਨੂੰ ਕਿ ਜਦੋਂ ਇੱਕ ਤੋਂ ਜ਼ਿਆਦਾ ਪਰਸਨ ਹੈ ਨਾ ਮਤਲਬ ਫੋਰ ਟੈਂਪਰੇਰੀ ਪੀਰੀਅਡ ਲਈ ਪਾਰਟਨਰਸ਼ਿਪ ਤੇ ਰਲਦੇ ਆ। ਜਿਹੜਾ ਜੁਆਇੰਟ ਵੈਂਚਰ ਕਹਿ ਜੀ ਕਿ ਇੱਕ ਤੋਂ ਜ਼ਿਆਦਾ ਇੰਟਰਪ੍ਰਾਈਜ਼ਸ ਜਦੋਂ ਕਹਿ ਜੀ ਬੰਦੇ ਕਿ ਇੱਕ ਪਾਰਟਨਰਸ਼ਿਪ ਕਰਦੇ ਆ ਟੈਂਪਰੇਰੀ ਪੀਰੀਅਡ ਲਈ,
ਕਿਸੇ ਪਾਰਟੀਕੂਲਰ ਪਰਪਸ ਲਈ। ਜਿੱਦਾਂ ਮੰਨ ਲਓ ਨਹੀਂ ਪਾਰਟਨਰਸ਼ਿਪ ਕਰ ਲਈ ਕਿ ਭਾਈ ਅਸੀਂ ਇਸ ਸਾਲ ਦੇ ਵਿੱਚ ਆ ਬਿਲਡਿੰਗ ਬਣਾ ਕੇ ਕਿਸੇ ਨੂੰ ਦੇਣੀ ਆ, ਜਦੋਂ ਬਿਲਡਿੰਗ ਪੂਰੀ ਹੋ ਜਾਣੀ ਸਾਡੀ ਪਾਰਟਨਰਸ਼ਿਪ ਵੀ ਖਤਮ ਹੋ ਜਾਣੀ। ਇਸ ਤਰ੍ਹਾਂ ਇੱਕ ਤੋਂ ਜ਼ਿਆਦਾ ਬੰਦੇ ਰਲ ਕੇ ਉਹ ਕੀ ਕਰ ਸਕਦੇ ਜੀ, ਆਪਣੇ ਬਿਜ਼ਨਸ ਨੂੰ ਜ਼ਿਆਦਾ ਵਧਾ ਸਕਦੇ ਆ, ਉਹਨਾਂ ਤੋਂ ਫੰਡ ਵੀ ਜ਼ਿਆਦਾ ਹੋ ਜਾਣੇ ਆ, ਠੀਕ ਨਾ, ਤੇ ਪਲੱਸ ਕਹਿ ਰਹੀ ਬਿਜ਼ਨਸ ਦਾ ਪ੍ਰੋਫਿਟ ਤੇ ਸੇਲ ਵੀ ਇਨਕਰੀਜ਼ ਹੋ ਜਾਣਾ। ਗਰੋਥ ਦਾ ਮਤਲਬ ਆ ਬੇਟਾ ਮੰਨ ਲਓ ਆਪਣੀ ਚੀਜ਼ ਨੂੰ ਵਧਾਉਣਾ। ਜਦੋਂ ਦੋ ਬੰਦਿਆਂ ਨੇ ਰਲ ਕੇ ਕੰਮ ਕਰਨਾ ਨੈਚੁਰਲੀ ਪਹਿਲਾਂ ਨਾਲੋਂ ਜ਼ਿਆਦਾ ਬਿਜ਼ਨਸ ਹੋਣਾ ਉਹਨਾਂ ਤੋਂ, ਠੀਕ ਨਾ। ਇਸੇ ਤਰ੍ਹਾਂ ਕਿਹੜਾ ਜੀ, ਸਬ ਕੰਟਰੈਕਟਿੰਗ ਦੇ ਵਿੱਚ ਕੀ ਹੁੰਦਾ ਬੇਟਾ ਕਿ ਕਿਸੇ ਇੱਕ ਕੰਪਨੀ ਨੂੰ ਜੇ ਕੋਈ ਵੱਡਾ ਕੰਮ ਆ ਉਹਨੇ ਆਪ ਪੂਰਾ ਨਾ ਕੰਮ ਕਰਕੇ ਉਹ ਕੰਮ ਛੋਟੇ ਮੰਨ ਲਓ ਜਿਹੜੀਆਂ ਕੰਪਨੀਆਂ ਜਾਂ ਠੇਕੇਦਾਰ ਆ ਉਹਨਾਂ ਨੂੰ ਦੇ ਦੇਣਾ, ਠੀਕ ਨਾ। ਉਹਨਾਂ ਤੋਂ ਕੀਤਾ ਕਰਾਇਆ ਕੰਮ ਲੈ ਕੇ ਉਹਦਾ ਜ਼ਿਆਦਾ ਮਤਲਬ ਜੇ ਉਹਨੇ ਮੰਨ ਲਓ 5 ਲੱਖ ਦਾ ਠੇਕਾ ਲਿਆ ਆ, ਅੱਗੇ ਉਹਨੇ ਕਿੰਨੇ ਦੇ ਦੇਣਾ ਜੀ, 4 ਲੱਖ ਦਾ, ਠੀਕ ਨਾ, ਕਿਉਂਕਿ ਇਹਦੇ ਵੀ ਸੋਰਸਸ ਹੋਣੇ ਆ, ਜਿਹਨੇ ਅੱਗੇ ਕੰਟਰੈਕਟ ਦੇਣਾ ਉਹਦੇ ਵੀ ਸੋਰਸਸ ਹੋਣੇ ਆ, ਉਹਨੇ ਰਲ ਕੇ ਉਹ ਕੰਮ ਕਰ ਲੈਣਾ। ਇਹ ਹੁੰਦੀ ਬੇਟਾ ਕਿਹੜੀ ਜੀ, ਸਬ ਕੰਟਰੈਕਟ, ਠੀਕ ਹੈ ਨਾ। ਇਹ ਬੇਟਾ ਸਾਡੇ ਸੀਗੀਆਂ ਗਰੋਥ ਦੀਆਂ ਸਟ੍ਰੈਟਜੀ। ਬਾਕੀ ਇਹਨਾਂ ਦੇ ਬੇਟਾ ਅਲੱਗ ਐਕਸਪਲੇਨ ਕਰਨ ਦੀ ਬਹੁਤੀ ਲੋੜ ਨਹੀਂ ਹੈਗੀ, ਤੁਸੀਂ ਸਿਰਫ ਇਹ ਪੜ੍ਹ ਲੈਣੀ ਕਿਹੜੀਆਂ ਹੈਗੀਆਂ ਸਾਡੇ ਕੋਲ, ਠੀਕ ਹੈ। ਇਹਨਾਂ ਦਾ ਹੀ ਕਰਨਾ ਅੱਗੇ ਮਾਰਜਰ ਦੇ ਸਾਨੂੰ ਬਹੁਤ ਟਾਈਪ ਦੇ ਉੱਤੇ ਕੋਈ ਲੋੜ ਨਹੀਂ ਹੈਗੀ, ਠੀਕ ਨਾ। ਬਿਜ਼ਨਸ ਕੰਬੀਨੇਸ਼ਨ ਦੇ ਵਰਟੀਕਲ ਹੋਰੀਜ਼ੋਨਟਲ ਇਦਾਂ ਕਹੀ ਦਿੱਤੇ ਹੋ, ਉਹ ਬਹੁਤਾ ਕਰਨ ਦੀ ਲੋੜ ਨਹੀਂ ਹੈਗੀ, ਤੁਸੀਂ ਬਸ ਇਹੀ ਕਰਨਾ ਕਿ ਉਹਨਾਂ ਦੇ ਜਿਹੜੇ ਹੈਗੇ ਆ, ਠੀਕ ਨਾ। ਹੋਰ ਬੇਟਾ ਇਹਦੇ ਸਾਡੇ ਕੋਲ ਕੁਛ ਨਹੀਂ ਹੈਗਾ। ਬਾਕੀ ਹਰੇਕ ਦੀ ਐਡਵਾਂਟੇਜ ਡਿਸਐਡਵਾਂਟੇਜ ਕਰਨ ਦੀ ਲੋੜ ਨਹੀਂ ਹੈਗੀ, ਠੀਕ ਹੈ ਨਾ। ਜ਼ਿਆਦਾ ਉਹਨੇ ਸਟ੍ਰੈਟਜੀ ਪੁੱਛੀ ਹੋਊਗੀ ਕਿਹੜੀ ਆ, ਤੁਸੀਂ ਬਸ ਸਟ੍ਰੈਟਜੀ ਦੇ ਨਾਂ ਹੀ ਲਿਖਣੇ ਨੇ, ਠੀਕ ਨਾ। ਹੋਰ ਬੇਟਾ ਇਹਦੇ ਚੈਪਟਰ ਵਿੱਚ ਕੁਛ ਨਹੀਂ ਹੈਗਾ ਬੇਟਾ। ਜਿਹੜਾ ਆਹ ਵਾਲਾ ਅਗਲਾ ਚੈਪਟਰ ਆ ਤੁਹਾਡਾ ਰੋਲ ਆਫ ਸਮਾਲ ਬਿਜ਼ਨਸ, ਠੀਕ ਨਾ। ਇਹ ਬਿਲਕੁਲ ਸਿੰਪਲ ਆ। ਜਿਹੜਾ ਆਪਾਂ ਪਹਿਲਾਂ ਰੋਲ ਆਫ ਸਮਾਲ ਬਿਜ਼ਨਸ ਜਾਂ ਐਮਐਸਈ ਐਮਈਏ ਦੇ ਕੀਤਾ ਸੀ ਨਾ, ਮਾਈਕਰੋ ਸਮਾਲ, ਠੀਕ ਨਾ, ਮੀਡੀਅਮ ਇੰਟਰਪ੍ਰਾਈਜ਼ਸ, ਜੇ ਉਹਦਾ ਰੋਲ ਆ ਉਹੀ ਇਹਦਾ ਰੋਲ ਆ ਸਮਾਲ ਬਿਜ਼ਨਸ ਵਾਲਾ, ਤੁਹਾਨੂੰ ਦੱਸਿਆ ਮੈਂ, ਠੀਕ ਨਾ। ਉਹੀ ਆ ਮੇਨ ਲਿਖਿਆ ਨਹੀਂ ਸਾਰਾ ਕੁਝ, ਜਿਹੜੇ ਮਤਲਬ ਉਹਦੇ ਬੈਨੀਫਿਟ ਕਹਿ ਸਕਦੇ ਆ ਆਪਾਂ, ਇੰਪਲੋਇਮੈਂਟ ਜਨਰੇਸ਼ਨ ਆ, ਵੂਮਨ ਇੰਪਰੂਵਮੈਂਟ ਆ, ਠੀਕ ਨਾ, ਇਨਪਾਵਰਮੈਂਟ ਆ, ਉਹ ਤੋਂ ਬਾਅਦ ਬੈਲੈਂਸ ਰੀਜਨਲ ਡਿਵੈਲਪਮੈਂਟ ਆ, ਮੋਬਾਈਲਾਈਜੇਸ਼ਨ ਆਫ ਲੋਕਲ ਰਿਸੋਰਸਿਸ ਆ, ਆਪਟੀਮਲ ਯੂਜ਼ ਆਫ ਕੈਪੀਟਲ ਆ, ਐਕਸਪੋਰਟ ਪ੍ਰਮੋਸ਼ਨ ਆ, ਸਪੋਰਟ ਆਫ ਗਰੋਥ ਆਫ ਲਾਰਜ ਸਕੇਲ ਇੰਡਸਟਰੀ ਆ, ਇੰਸ਼ੋਰਿੰਗ ਸੋਸ਼ਲ ਐਡਵਾਂਟੇਜ ਆ, ਡਿਵੈਲਪਮੈਂਟ ਆਫ ਦੀ ਇੰਟਰਪ੍ਰੀਨਰਸ਼ਿਪ ਆ, ਠੀਕ ਹੈ ਜੀ। ਮਤਲਬ ਕਿ ਜੀ ਸਾਰਾ ਉਹੀ ਚੀਜ਼ ਆ ਜਿਹੜਾ ਮੈਂ ਤੁਹਾਨੂੰ ਪੜ੍ਹਾ ਚੁੱਕਾ ਆ। ਇਹ ਵੀ ਬੇਟਾ ਤੁਸੀਂ ਆਪ ਹੀ ਕਰਨਾ ਹੁਣ ਚੈਪਟਰ, ਠੀਕ ਨਾ। ਮਤਲਬ ਸਿੱਧੀ ਜਿਹੀ ਗੱਲ ਆ, ਤੁਸੀਂ ਜਿਹੜੀਆਂ ਛੋਟੀਆਂ ਮੋਟੀਆਂ ਇੰਡਸਟਰੀਆਂ ਆ ਉਹਨਾਂ ਦਾ ਲਿਖ ਸਕਦੇ ਹੋ ਬੈਨੀਫਿਟ ਕੀ ਆ, ਠੀਕ ਨਾ। ਹੋਰ ਇਹਦੇ ਵੀ ਬੇਟਾ ਕੁਛ ਨਹੀਂ ਹੈਗਾ, ਇਹ ਵੀ ਤੁਸੀਂ ਆਪ ਕਰ ਲੈਣਾ। ਕੁਐਸਚਨ ਆ ਜਾਂਦਾ, ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ, ਠੀਕ ਹੈ ਨਾ। ਉਸ ਤੋਂ ਬਾਅਦ ਬੇਟਾ ਤੁਹਾਨੂੰ ਮੈਂ ਅੱਗੇ ਹੈਗਾ ਸਮਾਲ ਬਿਜ਼ਨਸ ਐਂਡ ਮਾਡਰਨ ਟੈਕਨੋਲੋਜੀ, ਇਹ ਵਾਲੇ ਅੱਗੇ ਚੈਪਟਰ 2 ਕੋਈ ਕਰਾਣੇ ਆ, ਠੀਕ ਨਾ। ਤੇ ਬੇਟਾ ਉਹਨੂੰ ਪੜ੍ਹ ਲਿਓ। ਤੇ ਜਿਹੜਾ ਬੇਟਾ ਪਹਿਲਾ ਚੈਪਟਰ ਸੀਗਾ ਤੁਹਾਡਾ ਮਾਰਕੀਟਿੰਗ ਮੈਨੇਜਮੈਂਟ, ਇਹ ਤੁਹਾਨੂੰ ਮੈਂ ਕਿਹਾ ਸੀ ਆਪ ਕਰਨਾ, ਲਗਭਗ ਤੁਹਾਡਾ ਉਹੀ ਆ, ਸਾਰਾ ਪੁਰਾਣਾ ਹੈ ਜਿਹੜਾ, ਠੀਕ ਹੈ ਨਾ। ਹੁਣ ਬੇਟਾ ਇਹ ਵਾਲਾ ਦੇਖ ਲਿਓ, ਕੋਈ ਪ੍ਰੋਬਲਮ ਹੈ ਤਾਂ ਮੈਂ ਦੱਸ ਦਿਓ। ਓਕੇ ਬੇਟਾ, ਥੈਂਕਸ ਜੀ।